ਸ੍ਰੀ ਵਾਹਿਗੁਰੂ ਸਾਹਿਬ ਜੀਓ। ਮੈਂ ਨਾਹੀ ਕਛ ਹਉ ਨਹੀਂ, ਕਿਛ ਆਹੇ ਨਾ ਮੋਰਾ। ਅਵਸਰ ਲੱਜਾ ਰਾਖ ਲੇਹ, ਸਧਨਾ ਜਨ ਤੋਰਾ। ਧਰਮਾਂ ਦੇ ਠਾਂਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ। ਦਰਸ਼ਨ ਦੀਜੈ ਖੋਲ ਕਿਵਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹੱਲਾ ਚੌਥਾ। ਸ਼ੰਤ ਇਕ ਓੰਕਾਰ ਸਤ ਗੁਰ ਪ੍ਰਸਾਦ। ਮੇਰੇ ਮਨ ਸਤਿਗੁਰ ਪ੍ਰੀਤ ਲਗਾਈ ਰਾਮ। ਹਰ 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 ਨਾਮ, ਮੇਰੇ ਮਨ ਵਸਾਈ ਰਾਮ। ਮੇਰੇ ਮਨ ਸਤਿਗੁਰ ਪ੍ਰੀਤ ਲਗਾਈ ਰਾਮ। ਹਰ 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 ਨਾਮ, ਮੇਰੇ ਮਨ ਵਸਾਈ ਰਾਮ। ਹਰ ਹਰ ਨਾਮ, ਮੇਰੇ ਮਨ ਵਸਾਈ। ਸਭ ਦੁਖ ਵਿਸਾਰਨ ਹਾਰਾ, ਵਡ ਭਾਗੀ ਗੁਰ ਦਰਸ਼ਨ ਪਾਇਆ। ਧੰਨ ਧੰਨ ਸਤਿਗੁਰੂ ਹਮਾਰਾ। ਊਠਤ ਬੈਠਤ ਸਤਿਗੁਰ ਸੇਵਹਿ, ਜਿਤ ਸੇਵਿਆ ਸ਼ਾਂਤ ਪਾਈ। ਮੇਰੇ ਮਨ ਸਤਿਗੁਰ ਪ੍ਰੀਤ ਲਗਾਈ। ਊਠਤ ਬੈਠਤ ਸਤਿਗੁਰ ਸੇਵਹਿ, ਜਿਤ ਸੇਵਿਆ ਸ਼ਾਂਤ ਪਾਈ। ਮੇਰੇ ਮਨ ਸਤਿਗੁਰ ਪ੍ਰੀਤ ਲਗਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ, ਜਦ ਆਪ ਸਾਵਧਾਨ ਤੇ ਇਕਾਗਰ ਚਿੱਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ 'ਚੋਂ ਅਰਦਾਸ ਕਰਨਾ, ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ,
ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ, ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਸੰਪੂਰਨ ਰਹਿਣ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਈ ਹੈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਹਰ ਰੋਜ਼ ਦੀ ਤਰ੍ਹਾਂ ਮਹਾਰਾਜ ਨੇ ਕਿਰਪਾ ਕੀਤੀ, ਸਾਨੂੰ ਉਪਦੇਸ਼ ਦਿੱਤਾ ਹੈ ਸ਼੍ਰੀ ਮੁਖਵਾਕ ਦੇ ਰੂਪ ਵਿੱਚ। ਸਾਡੇ ਵਡੇਰਿਆਂ ਨੇ ਸਦਾ ਹੀ ਸ਼੍ਰੀ ਮੁਖਵਾਕ ਦਾ ਬਹੁਤ ਮਾਣ ਕੀਤਾ ਹੈ। ਐਸੀਆਂ ਐਸੀਆਂ ਗਾਥਾਵਾਂ ਸਾਡੇ ਕੋਲ ਵਡੇਰਿਆਂ ਦੀਆਂ ਹਨ ਕਿ ਇੱਕ ਪਾਸੇ ਜ਼ਿੰਦਗੀ ਤੁਰੀ ਫਿਰਦੀ ਹੋਵੇ ਅਤੇ ਇੱਕ ਪਾਸੇ ਸ਼੍ਰੀ ਮੁਖਵਾਕ ਦੀ ਵਿਚਾਰ ਜੇ ਸਮਝ ਆਈ ਤੇ ਬਸ ਉੱਥੇ ਹੀ ਰੁਕ ਗਏ। ਔਰ ਜ਼ਿੰਦਗੀ ਦੇ ਬਹੁਤ ਸਾਰੇ ਵੱਡੇ ਕਰਤੱਵ ਸਾਡੇ ਵਡੇਰਿਆਂ ਨੇ ਮੁਖਵਾਕ ਲੈ ਕੇ ਅਰਦਾਸ ਕਰਕੇ ਤੁਰ ਪਏ ਅਤੇ ਵਾਪਸ ਨੇ ਫਿਰ ਫਤਿਹ ਵੀ ਪ੍ਰਾਪਤ ਕੀਤੀਆਂ ਨੇ। ਇਤਿਹਾਸ ਵਿੱਚ ਅਸਾਂ ਸੁਣਿਆ ਨਾ ਕਿ ਅਟਕ ਨੂੰ ਰੋਕ ਦਿੱਤਾ ਗਿਆ ਸੀ ਅਤੇ ਉਹਦੇ ਪਿੱਛੇ ਕਲਾ ਕਿਹੜੀ ਵਰਤੀ ਸੀ। ਅੰਮ੍ਰਿਤ ਵੇਲੇ ਅਰਦਾਸ ਕਰਕੇ ਮੁਖਵਾਕ ਲੈ ਕੇ ਤੁਰ ਪਏ। ਜਦ ਤੱਕ ਦਰਿਆ ਦੇ ਕਿਨਾਰੇ 'ਤੇ ਪਹੁੰਚੇ ਨੇ ਅਤੇ ਜਿਹੜੇ ਉੱਥੋਂ ਦੇ ਇੰਤਜ਼ਾਮਾਤ ਕਰਤਾ ਹੁੰਦੇ ਨੇ ਉਹਨਾਂ ਕਿਹਾ ਮਹਾਰਾਜਾ ਹੁਣ ਤਾਂ ਮੁਸ਼ਕਲ ਹੈ, ਪਾਣੀ ਦੀਆਂ ਛੱਲਾਂ ਬਹੁਤ ਜ਼ਿਆਦਾ ਹੋ ਗਈਆਂ। ਅੱਗੋਂ ਜਵਾਬ ਮਿਲਿਆ ਨਹੀਂ ਹੁਣ ਨਹੀਂ, ਹੁਣ ਤਾਂ ਮਹਾਰਾਜ ਅੱਗੇ ਅਰਦਾਸਾ ਕਰਕੇ ਮੁਖਵਾਕ ਲੈ ਕੇ ਤੁਰ ਪਏ। ਅਤੇ ਫਿਰ ਸਿਆਰੇ ਮੰਨਦੇ ਨੇ ਕਿ ਜੋ ਮੁਖਵਾਕ ਦੇ ਬਲ ਲੈ ਕੇ ਅਰਦਾਸ ਦੀ ਸ਼ਕਤੀ ਨਾਲ ਤੁਰੇ ਨੇ ਅਤੇ ਤੁਰਦਾ ਅਟਕ ਰੁਕਦਾ ਹੈ, ਮੁਖਵਾਕ ਨਹੀਂ ਰੁਕਦਾ। ਸਾਡੇ 'ਚ ਕਮੀ ਹੈ ਕਿ ਅਸੀਂ ਪਹਿਲੀ ਗੱਲ ਤਾਂ ਪੜ੍ਹਦੇ ਘੱਟ ਹਾਂ, ਜੇ ਪੜ੍ਹਦੇ ਹਾਂ ਤਾਂ ਸਮਝਦੇ ਘੱਟ। ਜੇ ਮਾੜਾ ਮੋਟਾ ਸਾਨੂੰ ਅੱਖਰੀ ਅਰਥਾਂ ਦੀ ਸਮਝ ਆ ਜਾਂਦੀ ਹੈ ਅਤੇ ਜਦੋਂ ਮੰਨਣ ਦੀ ਅਵਸਥਾ ਹੁੰਦੀ ਹੈ ਉਦੋਂ ਕਹਿੰਦੇ ਮਹਾਰਾਜ ਨੇ ਅੱਛਾ ਕੋਈ ਨਹੀਂ ਆਪਾਂ ਦੂਜਾ ਮੁਖਵਾਕ ਲੈ ਲਈਏ। ਬਹੁਤ ਸਾਰੇ ਐਸੇ ਲੋਕਾਂ ਨੂੰ ਵੇਖਿਆ ਜੋ ਆਪਣੀ ਮਰਜ਼ੀ ਦੇ ਨਾਲ ਜੇ ਮਰਜ਼ੀ ਮੁਤਾਬਕ ਵਾਕ ਨਾ ਕਹਿੰਦੇ ਭਾਈ ਜੀ ਇੱਕ ਵਾਕ ਹੋਰ ਕਰ ਲੈ ਦਿਓ, ਦੁਬਾਰਾ ਲੈ ਦਿਓ। ਠੀਕ ਹੈ, ਦੁਬਾਰਾ ਤਿਬਾਰਾ ਵਾਕ 'ਤੇ ਲਏ ਜਾ ਸਕਦੇ ਨੇ ਪਰ ਉਹ ਸ਼੍ਰੀ ਮੁਖਵਾਕ ਨਹੀਂ ਹੁੰਦੇ, ਉਹ ਹੁਕਮਨਾਮੇ ਨਹੀਂ ਹੁੰਦੇ। ਫਿਰ ਠੀਕ ਹੈ, ਬਹੁਤ ਸ਼ਬਦ ਨੇ, ਸ਼ਾਇਦ ਪੌਣੇ 6000 ਦੇ ਆਸ-ਪਾਸ ਸ਼ਬਦ ਨੇ, ਫਿਰ ਜਿਹੜਾ ਮਰਜ਼ੀ ਪੜ੍ਹ ਲਓ। ਸਭ 'ਚ ਪਿਆਰ ਤਾਂ ਹੈ, ਨਾਮ ਦੀ ਕਲਾ ਤਾਂ ਸਭ 'ਚ ਵਰਤੇਗੀ, ਕੋਈ ਦੋ ਰਾਏ ਨਹੀਂ। ਪਰ ਜੋ ਮੁਖਵਾਕ 'ਚ ਆਦੇਸ਼ ਅਤੇ ਉਹਦੇ 'ਚ ਬਲ ਵਰਤਣਾ ਸੀ ਉਹ ਨਹੀਂ ਵਰਤੇਗਾ। ਸ਼ਾਇਦ ਇਸੇ ਕਰਕੇ ਸਾਡੇ ਵਡੇਰਿਆਂ ਨੇ ਜਦੋਂ ਸਾਨੂੰ ਨਿਯਮਾਵਲੀਆਂ ਦਿੱਤੀਆਂ ਨੇ, ਜਿਹੜਾ ਆਪਾਂ ਮਰਿਆਦਾ ਕਹਿੰਦੇ ਹਾਂ ਵੀ ਜਦੋਂ ਵੀ ਤੁਸੀਂ ਰੁਮਾਲ ਉਠਾਓਗੇ ਇੱਕ ਪਾਰਟੀਕੂਲਰ ਉਹੀ ਸ਼ਬਦ ਸ਼੍ਰੀ ਮੁਖਵਾਕ ਹੈ ਤੁਹਾਡੇ ਲਈ, ਬਾਕੀ ਸਾਰੇ 2 ਅੰਕਾਂ 'ਤੇ ਬਹੁਤ ਸਾਰੇ ਸ਼ਬਦ ਲਿਖੇ ਨੇ। ਚੁਣਨ ਲੱਗੋਗੇ ਤਾਂ ਤੁਹਾਡੀ ਮਰਜ਼ੀ ਨਾਲ ਤੁਰ ਪਏਗੀ ਨਾ। ਇਸ ਕਰਕੇ ਬਾਕੀ ਕੋਈ ਸ਼ਬਦ ਚੁਣ ਕੇ ਪੜ੍ਹ ਸਕਦੇ ਹੋ ਪਰ ਵਾਕ ਚੁਣ ਕੇ ਨਹੀਂ ਲਿਆ ਜਾ ਸਕਦਾ। ਉਹ 'ਤੇ ਜੋ ਪ੍ਰਕਾਸ਼ ਕੀਤੀਆਂ ਸਾਨੂੰ ਨਿਸ਼ਾਨੀ ਦੱਸੀਆਂ ਵੀ ਆਹ ਕੋਣੇ 'ਤੇ ਬਾਹਰ ਜੋ ਤੁਕ ਹੈ ਉਹੀ ਤੇਰੇ ਵਾਸਤੇ ਸ਼੍ਰੀ ਮੁਖਵਾਕ ਹੈ। ਸਾਨੂੰ ਕਈ ਵਾਰ ਨਿੱਜੀ ਗੱਲਾਂ ਕਰਦਿਆਂ ਭਾਈ ਸਾਹਿਬ ਜੀ ਕਿਹਾ ਕਰਦੇ ਸੀ ਕਿ ਤੁਸੀਂ ਕਿਵੇਂ ਸਮਝਣਾ ਹੋਵੇ ਕਿ ਤੁਹਾਨੂੰ ਮਹਾਰਾਜ ਕੀ ਕਹਿ ਰਹੇ ਨੇ। ਮੰਨ ਲਓ ਕੀਰਤਨ ਹੋ ਰਿਹਾ, ਤੁਹਾਡੇ ਤੋਂ ਪਹਿਲਾਂ ਕੀਰਤਨ ਹੋ ਰਿਹਾ, ਤੁਸੀਂ ਕੀਰਤਨ ਦੇ ਵਿੱਚ ਉੱਠ ਕੇ ਵੀ ਆ ਜਾਂਦੇ ਹੋ ਵੀ ਕੀਰਤਨ ਹੁੰਦਾ ਰਹਿੰਦਾ, ਤੁਸੀਂ ਮੱਥਾ ਟੇਕ ਕੇ ਘੰਟਾ ਅੱਧਾ ਘੰਟਾ ਬੈਠੇ ਉੱਠ ਕੇ ਵਾਪਸ ਆ ਜਾਂਦੇ ਹੋ। ਤੁਸੀਂ 2-4 ਸ਼ਬਦ ਸੁਣ ਲਏ, 8-10 ਸ਼ਬਦ ਵੀ ਸੁਣ ਲਏ, 2 ਘੰਟੇ ਕੀਰਤਨ ਸੁਣ ਲਿਆ, ਤਦ ਵੀ ਤੁਸੀਂ 7-8 ਸ਼ਬਦ ਸੁਣ ਸਕਦੇ ਹੋ। ਪਰ ਤੁਹਾਨੂੰ ਕਿਹਾ ਕੀ ਗਿਆ? 7-8 ਸ਼ਬਦਾਂ 'ਚ ਹੋ ਸਕਦਾ ਅਲੱਗ-ਅਲੱਗ ਪ੍ਰਕਰਣ ਵਰਤ ਲੈ ਗਏ ਹੋਣ। ਅਤੇ ਕਈ ਵਾਰ ਵਾਕਿਆ ਹੱਥ ਖੜੇ ਵੀ ਕਿਹੜੀ ਗੱਲ ਕਹਾਂਗੇ, ਸਾਨੂੰ ਕੀ ਕਿਹਾ?
ਭਾਈ ਸਾਹਿਬ ਕਹਿੰਦੇ ਹੁੰਦੇ ਸੀ, ਜਦੋਂ ਤੁਸੀਂ ਜੋੜਾ ਉਤਾਰ ਦਿੰਦੇ ਹੋ, ਸਿਰ ਢੱਕ ਲੈਂਦੇ ਹੋ। ਇੱਕ ਪ੍ਰਕਿਰਿਆ ਨਾ ਸਾਡੀ, ਠੀਕ ਹੈ, ਆਮ ਤੌਰ 'ਤੇ ਸਿੱਖ ਸਿਰ ਢੱਕ ਹੀ ਵਰਤਦਾ ਹੈ, ਪਰ ਇੱਕ ਫਿਰ ਵੀ ਹੁਕਮੀ ਪਾਬੰਦੀ ਹੈ ਵੀ ਜੋੜਾ ਉਤਾਰ ਦਿੱਤਾ ਹੈ, ਤੂੰ ਸਿਰ ਕੱਜ ਲਿਆ ਹੈ, ਉਦੋਂ ਧਿਆਨ ਕਰ ਤੇਰੇ ਕੰਨਾਂ 'ਚ ਗੁਰਬਾਣੀ ਦੀ ਗੂੰਜ ਪੈ ਰਹੀ ਹੈ। ਉਹ ਤੋਂ ਅਗਾਂਹ ਤੁਰਦਿਆਂ ਤੁਰਦਿਆਂ ਜਦੋਂ ਤੈਨੂੰ ਗੁਰਬਾਣੀ ਸਪਸ਼ਟ ਸਮਝ ਆਈ, ਹੋ ਸਕਦਾ ਜੋੜੇ ਘਰ 'ਚ ਕਈ ਵਾਰ ਸਪੀਕਰ ਬਿਹਤਰੀਨ ਨਾ ਪ੍ਰਬੰਧ ਹੋਵੇ, ਨਹੀਂ ਲੱਗਾ, ਪਰ ਜਦੋਂ ਦਹਲੀਜ਼ 'ਚ ਆ ਕੇ ਨਤਮਸਤਕ ਹੋ ਰਹੇ ਹੋ, ਖਾਸ ਕਰਕੇ ਆਪਾਂ ਜਿੱਥੇ ਕਿਨੇ ਹੱਥ ਜੋੜ ਮੱਥਾ ਟੇਕ ਰਹੇ ਹੁੰਦੇ ਹਾਂ, ਉੱਧਰੋਂ ਅਸੀਂ ਹੱਥ ਜੋੜ ਮੱਥਾ ਟੇਕ ਰਹੇ ਹਾਂ, ਉੱਧਰ ਕੀਰਤਨ ਦੇ ਦੁਆਰਾ ਸਤਿਗੁਰੂ ਕੁਛ ਕਹਿ ਰਹੇ ਨੇ। ਉਹ ਸਿੱਧੇ ਤੌਰ 'ਤੇ ਆਪਣੇ 'ਤੇ ਲੈ ਕਿ ਮੈਨੂੰ ਕੀ ਹੈ ਬਸ, ਅਤੇ ਜਿਸ ਸਿੱਖ ਨੇ ਉਹਨਾਂ ਤੁਕਾਂ ਨੂੰ ਲੈ ਲਿਆ ਕਿ ਮੈਨੂੰ ਕੀ ਹੈ, ਅਤੇ ਸਮਝ ਲਓ ਫਿਰ ਉਹਦੇ ਮਸਲੇ ਹੱਲ ਹੋ ਜਾਂਦੇ ਨੇ, ਉਹਦੀਆਂ ਟੈਨਸ਼ਨਸ ਦੂਰ ਹੋ ਜਾਂਦੀਆਂ ਨੇ, ਤਣਾਅ ਤੋਂ ਮੁਕਤ ਹੋ ਜਾਂਦਾ। ਔਰ ਬੜੀ ਵਾਰ ਇਹ ਤਜਰਬਾ ਕਰਕੇ ਵੇਖਿਆ, ਕਈ ਵਾਰ ਕਿਤੇ ਕਥਾ ਕਰਨ ਜਾਣਾ, ਹੁਣ ਵੀ ਜਾਈਦਾ, ਅਤੇ ਵਿਚਾਰ ਹੁੰਦਾ ਵੀ ਕੀ ਸਬਜੈਕਟ 'ਤੇ ਬੋਲਿਆ ਜਾਏ, ਕੀ ਬੋਲਿਆ ਜਾਏ, ਅਤੇ ਜੋ ਉੱਥੇ ਮੱਥਾ ਟੇਕਦੇ ਹੋ ਤੁਕਾਂ ਮਿਲਦੀਆਂ ਨੇ, ਸ਼ਾਇਦ ਹੀ ਨਹੀਂ, ਉਹ ਬਿਹਤਰੀਨ ਵਿਚਾਰ ਹੁੰਦੀ ਹੈ। ਔਰ ਜੇ ਕਿਤੇ ਉਸ ਵਿਚਾਰ ਨਾਲ ਜੁੜ ਜਾਈਏ ਅਤੇ ਉਹਨਾਂ ਵਾਲਾ ਸਮਾਂ ਅੱਧਾ ਘੰਟਾ, ਪੌਣਾ ਘੰਟਾ, 2 ਘੰਟੇ ਕਿਤਨਾ ਹੋਵੇ, ਫਿਰ ਬੋਝਿਲ ਨਹੀਂ ਹੁੰਦਾ, ਫਿਰ ਆਨੰਦ ਅਤੇ ਖੇੜਾ ਰਹਿੰਦਾ ਹੈ। ਗੁਰਦੇਵ ਕਿਰਪਾ ਕਰਨ ਅਸੀਂ ਸਮਝ ਸਕੀਏ। ਸਾਡੇ ਵਾਸਤੇ ਨੇ ਕਿ ਜੋ ਬਚਨ ਗਾਏ ਜਾਂਦੇ ਨੇ, ਪੜ੍ਹੇ ਜਾਂਦੇ ਨੇ, ਸੁਣਾਏ ਜਾਂਦੇ ਨੇ, ਲਿਖੇ ਜਾਂਦੇ ਨੇ, ਇਹ ਦੀਵਾਰਾਂ ਦੀ ਸ਼ੋਭਾ ਬਣਾਉਣ ਵਾਸਤੇ ਨਹੀਂ ਲਿਖੇ ਕਿ ਹਾਂਜੀ ਦੇਖੋ ਸਕਰੀਨ 'ਤੇ ਵਧੀਆ ਬੋਰਡ ਲਾ ਦਿੱਤਾ, ਲਿਖਤਾ। ਇਹ ਸਾਡੇ ਵਾਸਤੇ ਨੇ, ਜਿਗਿਆਸੂਆਂ ਲਈ, ਆਉਣ ਵਾਲੇ ਸਿੱਖਾਂ ਲਈ ਨੇ। ਭਾਈ ਤੁਸੀਂ ਆਏ ਹੋ ਸਕਦਾ ਤੁਸੀਂ ਅਰਦਾਸ ਦੇ ਵੇਲੇ ਤੱਕ ਨਾ ਰੁਕਣਾ ਹੋਵੇ, ਨਾ ਮੁੱਖ ਵਾਕ ਸੁਣ ਸਕੋ, ਬਾਹਰ ਲਿਖੇ ਪੜ੍ਹ ਲੈਣਾ। ਅੱਜ ਮਹਾਰਾਜ ਨੇ ਆ ਉਪਦੇਸ਼ ਕੀਤਾ ਔਰ ਆਪਣੇ ਨਿੱਜ ਜੀਵਨ ਵਿੱਚ ਇਸ ਨੂੰ ਢਾਲਣ ਦਾ ਯਤਨ ਕਰਨਾ। ਅਤੇ ਅੱਜ ਮਹਾਰਾਜ ਨੇ ਸਾਨੂੰ ਦੱਸਿਆ ਨਾ ਕਿ ਸਾਡੇ ਉੱਤੇ ਮਾਇਆ ਦਾ, ਲੋਭ ਦਾ ਪ੍ਰਭਾਵ ਹੈ, ਅਸੀਂ ਗੱਲ ਨੂੰ ਸਵੀਕਾਰ ਕਰ ਲਈਏ। ਸਾਡੇ 'ਤੇ ਇਹਨਾਂ ਚੀਜ਼ਾਂ ਦਾ ਦਬਾਅ ਹੈ। ਇਹ ਤਿਲੰਗ ਰਾਗ ਦੇ ਬਚਨ ਬਹੁਤ ਗਹਿਰੇ ਨੇ, ਹਿਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਬੜੇ ਗਹਿਰੇ ਭਾਵ ਨੇ ਇਹਨਾਂ 'ਚ। ਅਤੇ ਫਿਰ ਮਹਾਰਾਜ ਕੀ ਕਰੀਏ? ਕੋਈ ਐਸੀ ਜੁਗਤ ਸਾਨੂੰ ਦੱਸ ਦਿਓ ਨਾ ਜਿਹਦੇ ਨਾਲ ਅਸੀਂ ਅੱਗੇ ਵੱਧ ਸਕੀਏ। ਇਹ ਤਾਂ ਅਕੱਟ ਸੱਚਾਈ ਹੈ ਕਿ ਸਾਡੇ ਉੱਤੇ ਮਾਇਆ ਦਾ ਦਬਾਅ ਬਹੁਤ ਜ਼ਿਆਦਾ ਹੈ। ਸਾਡੇ ਆਲੇ ਦੁਆਲੇ ਜਿਸ ਵਾਤਾਵਰਣ ਦੇ ਵਿੱਚ ਅਸੀਂ ਸਾਹ ਲੈਂਦੇ ਹਾਂ, ਜਿਸ ਵਾਤਾਵਰਣ 'ਚ ਅਸੀਂ ਪਲੇ ਹਾਂ, ਵੱਡੇ ਹੋਏ ਹਾਂ, ਸਾਰਾ ਦਿਨ ਉੱਥੇ ਮਾਇਆ ਹੀ 'ਤੇ ਵਰਤਦੀ ਹੈ। ਉੱਥੇ ਸਾਰਾ ਦਿਨ ਘਰ ਪਰਿਵਾਰ 'ਚ ਕਿੰਨਾ ਕੁ ਸਮਾਂ ਹੈ ਕਿ ਸਾਡੇ ਪਰਿਵਾਰ 'ਚ ਬਹਿ ਕੇ ਕੋਈ ਨਿਤਨੇਮ ਦਾ ਪਾਠ ਕਰੀ ਜਾਂਦਾ ਹੈ, ਸੁਖਮਨੀ ਸਾਹਿਬ ਕਾ ਕਰੀ ਜਾਂਦਾ ਹੈ। ਬਹੁਤੀ ਵਾਰ ਜਿੱਥੇ ਸਾਨੂੰ ਪਾਲਣਾ ਹੋਇਆ, ਜੇ ਕਿਸੇ ਨਿਤਨੇਮ ਕੀਤਾ ਤਾਂ ਸਾਡੇ ਸੁੱਤਿਆਂ ਕਰ ਲਿਆ, ਜੇ ਕਿਸੇ ਜਾਪ ਕੀਤਾ ਤਾਂ ਸਾਨੂੰ ਪਤਾ ਹੀ ਨਹੀਂ ਲੱਗਾ ਕਦੋਂ ਹੋ ਗਿਆ। ਘਰਾਂ 'ਚ ਧੁਨ ਤਾਂ ਪੈਦਾ ਹੀ ਨਹੀਂ ਹੁੰਦੀ। ਉਹ ਪੁਰਾਣੇ ਵਕਤ 'ਤੇ ਭਲੇ ਹੋਣਗੇ ਜਦੋਂ ਘਰਾਂ 'ਚ ਇੱਕ ਗੂੰਜ ਧੁਨ ਪੈਦਾ ਹੁੰਦੀ ਹੋਵੇਗੀ। ਹੁਣ ਤਾਂ ਆਪਣੇ ਕਮਰੇ 'ਚ ਬੰਦ। ਹਾਂ, ਨਿੱਜੀ ਜੀਵਨ ਤੇ ਸੁਖੈਨ ਤੇ ਸਰਲ ਹੋ ਰਿਹਾ, 'ਚ ਕੋਈ ਦੋ ਰਾਏ ਨਹੀਂ। ਤਕਨੀਕਾਂ ਨੇ ਨਿੱਜੀ ਜੀਵਨ ਨੂੰ, ਵਿਅਕਤੀਗਤ ਜੀਵਨ ਨੂੰ ਸਰਲ ਕਰ ਦਿੱਤਾ ਹੈ, ਸੁਖੈਨ ਕਰਤਾ ਹੈ, ਸੁਖਾਲਾ ਕਰ ਦਿੱਤਾ ਹੈ, ਪਰ ਪਰਿਵਾਰਕ ਜੀਵਨ ਦੇ ਵਿੱਚ ਖੜੋਤ ਆ ਗਈ ਹੈ। ਸਮਾਜਿਕਤਾ ਜੋ ਸਾਡੇ ਪਰਿਵਾਰਾਂ 'ਚੋਂ ਨਿਕਲਦੀ ਸੀ, ਉੱਥੇ ਖੜੋਤ ਹੈ। ਹੁਣ ਅਸੀਂ ਇੱਕ ਦੂਜੇ ਦੇ ਨੇੜੇ ਬਹਿ ਕੇ ਨਹੀਂ ਕਰ ਪਾ ਰਹੇ। ਨਹੀਂ ਤਾਂ ਨਿਤਨੇਮ ਹੁਣ ਅਸੀਂ 2 ਜੀ ਇਕੱਠੇ ਬਹਿ ਕੇ ਵੀ ਨਹੀਂ ਕਰ ਪਾ ਰਹੇ ਹੁੰਦੇ। ਇੱਕ ਆਪਣੇ ਮੋਬਾਈਲ 'ਤੇ ਬੈਠਾ ਹੈ, ਦੂਜਾ ਆਪਣੇ 'ਤੇ ਬੈਠਾ ਹੈ। ਕਿਉਂਕਿ ਤਕਨੀਕਾਂ ਜਦੋਂ ਵਰਤਦੀਆਂ ਨੇ ਨਾ, ਸਹੂਲਤਾਂ ਜਦੋਂ ਵਰਤਦੀਆਂ ਨੇ, ਅਤੇ ਵਿਅਕਤੀ ਹੌਲੀ ਹੌਲੀ ਸੈਲਫਿਸ਼ ਹੋਣ ਲੱਗ ਪੈਂਦਾ। ਔਰ ਸਾਡੀ ਬਹੁਤਾਤ ਅੱਜ ਇੱਥੇ ਖੜ੍ਹੀ ਗਿਆ। ਖੈਰ, ਅਸੀਂ ਇਸੇ 'ਚ ਹੀ ਰਹਿਣਾ ਹੈ। ਔਰ ਸ਼ਾਇਦ ਆਉਣ ਵਾਲੇ ਸਮੇਂ ਦੀਆਂ ਹਾਲਤਾਂ ਹੋਰ ਵੀ ਬਦਲੀਆਂ ਹੋਣਗੀਆਂ। ਸਾਨੂੰ ਉਹਦੇ ਵਾਸਤੇ ਵੀ ਤਿਆਰ ਰਹਿਣਾ ਪੈਣਾ, ਕਿਉਂਕਿ ਜੇ ਤੇਜ਼ੀ ਦੇ ਨਾਲ ਬਦਲਦੇ ਘਟਨਾਕ੍ਰਮ ਅਤੇ ਚੱਕਰਾਂ ਦੇ ਵਿੱਚ ਅਸਾਂ ਸਰਵਾਈਵ ਕਰਨਾ ਹੈ, ਅਸਾਂ ਸਹਿਨ ਕਰਨਾ ਅਤੇ ਸਾਵਧਾਨ ਰਹਿਣਾ ਹੈ, ਅਤੇ ਆਪਣੇ ਸਰੂਪ ਨੂੰ, ਆਪਣੇ ਰੂਪ ਨੂੰ, ਆਪਣੇ ਵਿਚਾਰ ਨੂੰ, ਆਪਣੇ ਤਾਣੇ ਬਾਣੇ ਨੂੰ ਬਚਾ ਕੇ ਰੱਖਣਾ।
तो फिर की करिए। महाराज कहने कि साढ़े नाल ते इस तरह होया, तुसी भी कर लो इस तरह। महाराज किद्दां करिए जिस दे नाल कि साडा अंदरूनी ताना बाना टिकिया रहे। चौथे पातशाह धੰन गुरु रामदास महाराज का एक अमृतमय वचन है, इसनूं ठहर के पढ़न की कोशिश करिए तो शायद सानू कुछ गल्लां चों समझ आ जाण। महाराज चौथे पातशाह सब दा जिन्नी बाणी बहुती पढ़ांगे ना, वो अपने वालों इशारा करती होएगी। मेरे नाल तो इदां होया, मैं तो यहाँ अरदास करदा। उन्हां दी बहुता जो स्वरूप है वो अपने प्रति हुंदा है। तो उसदा भाव की है, जदों असीं पढ़ीए अपने प्रति पढ़ीए। असीं थोड़ा कोई गुरु महाराज लिए इदां होया, नहीं नहीं, वो तो गुरुदेव ने, वो तो साडे लई मौज विच आए, प्यार विच आके सानू कहंदे असीं किते पढ़ सकीए, इस रस नूं माण सकी। मेरा मन सतगुरु प्रीत लगाई राम। और हुण साडे मन विच जे थोड़ी बहुती अपने गुरु के प्रति, वाहिगुरु के प्रति प्रीत है, ये किन पैदा कीती है कि असीं अपने आप अपनी प्रीत नूं पैदा कर सकते हैं? तो अज तक के जितने भी सियाणे वड्डे होए ने कहंदे नहीं, असीं तां अपने परिवार धीआं पुत्रां प्रति भी प्रीत आप पैदा नहीं कर पा रहे हुंदे, सानू सामने कोई इशारा चाहिदा हुंदा है। मान लो असीं किसी सज्जन मित्र भैन भरा धी पुत्र नूं बहुत प्रेम करन दी गल्लां करदे होए ते जे वो सानू इग्नोर कर देवे तो की करदे हो? असीं मन महसूस के रह जाने, चुप वट के पिछे हट जाने। फिर बाद कहने ठीक है असीं तो कोशिश कीती सी, पर उन्हें कोई रिस्पॉन्स ही नहीं किया, उन्हें कोई सानू अगों जवाब ही नहीं दिता, इस करके भाई असीं अपने घर आ गए। दा भाव है कि सानू ये जितनियां भी प्रेम दियां गल्लां ने, संबंधां दियां गल्लां ने, प्रीत दियां गल्लां ने, ये सामने वाले ते बहुता निर्भर करता है कि वो सानू अपने नाल जुड़ना भी चाहुंदा कि नहीं जुड़ना चाहुंदा। असीं लख वार कहंदे रहिए इदां करिए इदां, अगला सानू जवाब ही ना देवे, इग्नोर कर देवे तो की करोगे? साडे को कोई जवाब ही नहीं हुंदा, चुपचाप वापस मुड़ आईदा। इस करके इत्थे समझ आउंदी कि असीं प्रीत करदे हाँ, पर चेता रखना सतगुरु प्रीत करते ने तां असीं कर पाउने आ। जे सतगुरु प्रीत ना करन तो फिर असीं कुछ नहीं कर पावांगे। असीं तो जड़ हाँ, वेखिया जाए भावें असीं लख वार अपने आप को चेतन मन लैने आ, साडा कुछ पक्ष चेतन है मन्निया, पर बावजूद असीं खुद मुख्तार नहीं आ। असीं चेतन मने जाते हाँ, पर सारे मनदे कि असीं पूर्ण चेतन नहीं आ। साडी चेतना अपने हथ वस विच नहीं है। लोकां दा ते पता नहीं, पर सतगुरु सिखां नूं सानूं दसदे ने तुसीं सावधान रहना, तुहाडी चेतना अपने वस विच नहीं। जे पिछे भी असीं वाच रहे सां, जिहो जी वाहिगुरू जी मत देंदे ने, साडे अंदरों मत भी उही प्रगट हुंदी है। असीं अपने घरां 'च वेखिआ ना, इक्के परिवार 'च बच्चे जन्म लैंदे ने, सुभाਅ आपो अपने ने। जुड़वे बच्चों के सुभाਅ कई बार अलग अलग हो जाते हैं। एक दा बहुत गुस्से वाला है, एक बहुत ठंडे सुभाਅ का है, एक लालची है, एक संतोखी है, अलग अलग सुभाਅ ने। हुण कितना सुभाਅ बन गए, जो करते ने पा दिता, जो भांडे च करते ने पा दिता है, सारी उम्र फिर उही निकलना है। जो एक बार बीज दिता है, उसे बीज के फुल फल ही बार बार प्राप्त होने ने। देखिए ना, पृथ्वी चंद, बाबा महादेव, धन गुरु अर्जन देव, माता पिता एक, परिवार एक, नाने की गोद में तिने पढ़ते ने, नाना गुरु ने, धन गुरु राम अमरदास महाराज गुरुदेव ने, ते तिने दोतरे नाने की गोद में खेडे ने। ते सब तो लमेरा समा जिसने गुरु नानक जी की गोद का रस माणिया है, वही सब तो कठोर है। पृथ्वी चंद सब तो वध कठोर है। अगे जाके देखते हैं हरगोबिंद साहब जी के वड्डे पोतरे, बहुता समा उन्होंने मुक्त मिले ना दादा जी के नाल रहने का, पर वो बिरती कठोर है, धीरमल है, वड्डे ने, मान लाड प्यार सब मिलिया होएगा, पर बिरती कठोर है। बिरती कठोर ही नहीं है, बल्कि अपने दादा गुरु के विरोध में खड़े ने। 12-13 साल का बच्चा भी अपने दादा गुरु की मुखबरी करता है, अपने दादा गुरु के बाबत लिख लिख बाहर भेजता है भी मेरे दादे को इन्नी फौज है, साढ़े दादे को आ कोई साजो समान है।
ਵਿਰੋਧੀਆਂ ਨੂੰ ਲਿਖਤਾਂ ਭੇਜਦੇ ਆ ਤੇ ਉਮਰ ਕੋ ਬਹੁਤ ਵਡੇਰੀ ਨਹੀਂ ਹੈ। ਹੁਣ ਕਿੱਥੋਂ ਪਿਆ ਉਹਨੇ, ਕਿੱਥੋਂ ਸਿੱਖਿਆ ਸੀ? ਕੀ ਕਵਾਂਗੇ ਕਿ ਸਤਿਗੁਰੂ ਹਰਗੋਬਿੰਦ ਸਾਹਿਬ ਦੇ ਘਰ ਵਿੱਚ ਕੋਈ ਜੀ ਹੈ ਜੋ ਉਹਨੂੰ ਸਿੱਖਿਆ ਦੇ ਰਿਹਾ ਦਾਦੇ ਦੇ ਖਿਲਾਫ? ਤੇ ਐਸਾ ਤੇ ਕਹਿਣਾ ਸੰਭਵ ਨਹੀਂ, ਉਚਿਤ ਵੀ ਨਹੀਂ, ਹੈ ਵੀ ਨਹੀਂ। ਦਰਅਸਲ ਕਰਤਾ ਪੁਰਖ ਨੇ ਉਹਨਾਂ ਦੇ ਅੰਦਰ, ਧੀਰਮਲ ਦੇ ਅੰਦਰ ਕੋਈ ਬੀਜ ਹੀ ਕਲਾ ਦੇ ਇਹੋ ਜਿਹੇ ਪਾਏ ਨੇ ਕਿ ਉਹਨੇ ਗੁਰੂ ਵਿਰੋਧ ਵਿੱਚ ਹੀ ਰਹਿਣਾ, ਉਹਨੇ ਕਰਨਾ ਸਭ ਕੁਝ ਕਰਨਾ ਹੈ ਪਰ ਗੁਰੂ ਸਾਹਿਬ ਦੇ ਵਿਰੋਧ ਵਿੱਚ ਕਰਨਾ ਹੈ। ਔਰ ਇਹ ਸਮਝ ਸਕੀ ਇਹਦਾ ਮਤਲਬ ਜੇ ਇੰਨੇ ਵੱਡੇ ਪਰਿਵਾਰ 'ਚ, ਔਰ ਸਾਡੇ ਵਾਸਤੇ ਗੁਰੂ ਪਰਿਵਾਰ ਤੋਂ ਵੱਡਾ ਪਰਿਵਾਰ ਕਿਹੜਾ ਹੈ? ਸਾਡੇ ਵਾਸਤੇ ਤਾਂ ਆਦਰਸ਼ ਪਰਿਵਾਰ ਗੁਰੂ ਪਰਿਵਾਰ ਹੀ ਹੈ ਨਾ। ਜਦੋਂ ਵੀ ਸਾਡੇ ਘਰ ਪਰਿਵਾਰ ਖੁਸ਼ੀ ਗਮੇ ਕਿਤੇ ਕੋਈ ਗੱਲ ਹੁੰਦੀ ਹੈ, ਅਸੀਂ ਗੁਰਬਾਣੀ ਵੱਲ ਝਾਕਦੇ ਹਾਂ ਅਤੇ ਗੁਰਬਾਣੀ ਵੱਲ ਪੜ੍ਹਨ ਸੁਣ ਝਾਕਣ ਦੇ ਨਾਲ ਨਾਲ ਦੇਖਦੇ ਹਾਂ ਕਿ ਮਹਾਰਾਜ ਦੇ ਘਰ ਐਸੀ ਕੋਈ ਸਾਖੀ ਹੋਈ ਹੈ, ਐਸੀ ਕੋਈ ਘਟਨਾ ਵਾਪਰੀ ਹੈ। ਸ਼ਾਇਦ ਇਸੇ ਕਰਕੇ ਜ਼ਿੰਦਗੀ 'ਚ ਜਿਤਨੀਆਂ ਕੁ ਘਟਨਾਵਾਂ ਸਾਡੇ ਸਮਾਜ ਪਰਿਵਾਰ 'ਚ ਹੋ ਸਕਦੀਆਂ ਨੇ, ਉਹ 250 ਸਾਲਾਂ 'ਚ ਸਤਿਗੁਰੂ ਪਾਤਸ਼ਾਹ ਨੇ ਆਪਣੇ 10 ਜਾਮਿਆਂ ਦੇ ਪਰਿਵਾਰਾਂ 'ਚ ਹੰਡਾਈਆਂ ਨੇ। ਧੀਆਂ ਪੁੱਤਰਾਂ ਦੇ ਬਿਮਾਰ ਹੋਣ 'ਤੇ, ਧੀਆਂ ਪੁੱਤਰਾਂ ਦੇ ਖਿਮਾ ਕਰਨਾ, ਸੰਸਾਰਕ ਮੌਤ ਹੋਣ 'ਤੇ, ਖੁਸ਼ੀਆਂ 'ਤੇ, ਖੇੜਿਆਂ 'ਤੇ, ਗਮੀਆਂ 'ਤੇ ਕਿਸ ਤਰ੍ਹਾਂ ਇੱਕ ਮਾਪਿਆਂ ਨੂੰ ਸਾਵਧਾਨ ਅਤੇ ਸੁਚੇਤ ਰਹਿ ਕੇ ਆਪਣਾ ਕਿਰਦਾਰ ਨੂੰ ਨਿਭਾਉਣਾ ਕਰਕੇ ਦਿਖਾਇਆ। ਅਤੇ ਚੇਤਾ ਰੱਖੀਏ ਅਸੀਂ ਸੁਤੰਤਰ ਨਹੀਂ ਹਾਂ, ਇਸ ਕਰਕੇ ਸਮਰਪਣ ਕਰੀਏ। ਸੁਤੰਤਰ ਹੋਈਏ ਅਤੇ ਬੇਸ਼ੱਕ ਸਮਰਪਣ ਨਾ ਕਰੀਏ, ਪਰ ਅਸੀਂ ਸੁਤੰਤਰ ਨਹੀਂ ਹਾਂ, ਅਸੀਂ ਹੁਕਮ ਦੇ ਪਾਬੰਦ ਹਾਂ। ਪ੍ਰਕਿਰਤੀ ਵਿੱਚ ਕੋਈ ਵੀ ਸੁਤੰਤਰ ਨਹੀਂ ਜੇ। ਆ ਜੋ ਹੁਣ ਅਸੀਂ ਸੁਤੰਤਰਤਾ ਕੀਤੀ ਹੈ ਨਾ, ਸੁਤੰਤਰਤਾ ਦਾ ਮਤਲਬ ਹੀ ਪਾਬੰਦੀਆਂ ਹੁੰਦਾ ਹੈ। ਉਹ ਪਾਬੰਦੀਆਂ ਜੋ ਆਪ ਲਈਆਂ ਜਾਂਦੀਆਂ ਨੇ। ਇੱਕ ਪਾਬੰਦੀਆਂ ਹੁੰਦੀਆਂ ਹੁਕਮਨ ਥੋਪੀਆਂ ਜਾਂਦੀਆਂ ਨੇ, ਉਹ ਗੁਲਾਮੀ ਮੰਨੀ ਜਾਂਦੀ ਹੈ। ਇੱਕ ਪਾਬੰਦੀਆਂ ਹੁੰਦੀਆਂ ਜੋ ਖੁਸ਼ੀ ਨਾਲ ਅਸੀਂ ਲੈਂਦੇ ਹਾਂ, ਸਾਨੂੰ ਆਪ ਕਰਨਾ ਹੈ। ਜਿਵੇਂ ਮਰਿਆਦਾ ਵੀ ਤਾਂ ਪਾਬੰਦੀ ਹੈ ਨਾ, ਦੇਖਿਆ ਜਾਏ ਤੇ ਮਰਿਆਦਾ ਕੀ ਹੈ? ਪਾਬੰਦੀ ਹੈ। ਖੁਸ਼ੀ ਨਾਲ ਸਵੀਕਾਰ ਕਰੋ, ਸਵੀਕਾਰ ਨਾ ਕਰੋ। ਸਾਰੀਆਂ ਮਰਿਆਦਾਵਾਂ ਜਿਤਨੀਆਂ ਵੀ ਨੇ, ਕਾਨੂੰਨ ਜਿਤਨੇ ਨੇ, ਇਹ ਪਾਬੰਦੀਆਂ ਨੇ। ਸੜਕ 'ਤੇ ਤੁਰਨ ਦੀ ਪਾਬੰਦੀ ਹੈ, ਮਨਾਹੀ ਨਹੀਂ ਕਿ ਨਾ ਤੁਰੋ, ਲੇਕਿਨ ਨਿਯਮਾਂ ਦੇ ਪਾਬੰਦ ਹੋ ਕੇ ਚਲੋ ਤੇ ਦੂਰ ਤੱਕ ਯਾਤਰਾ ਕਰ ਲਓਗੇ। ਇਸੇ ਤਰ੍ਹਾਂ ਜ਼ਿੰਦਗੀ 'ਚ ਕੁਝ ਪਾਬੰਦੀਆਂ ਨੇ। ਇਹ ਪਾਬੰਦੀਆਂ ਹੀ ਅਸਲ ਆਜ਼ਾਦੀ ਹੁੰਦੀ ਹੈ। ਅਤੇ ਅਸੀਂ ਪਾਬੰਦ ਹਾਂ ਹੁਕਮ ਦੇ। ਸਾਨੂੰ ਕਰਤਾ ਜੀ ਜੋ ਦੇਣਗੇ, ਜੋ ਦੇ ਰਹੇ ਹਨ, ਅਸੀਂ ਉਸੇ ਨੂੰ ਹੰਡਾਉਣ ਦੇ, ਉਸੇ ਨੂੰ ਵਰਤਣ ਦੇ ਪਾਬੰਦ ਹਾਂ। ਅਸੀਂ ਬਦਲ ਨਹੀਂ ਪਾਵਾਂਗੇ। ਇਸੇ ਕਰਕੇ ਜੋ ਚੀਜ਼ਾਂ ਕਰਤੇ ਨੇ ਦਿੱਤੀਆਂ ਨੇ, ਸਾਨੂੰ ਇਸੇ ਤਰ੍ਹਾਂ ਐਕਸੈਪਟ ਕਰਨੀਆਂ ਨੇ। ਅਤੇ ਗੁਰੂ ਕਿਰਪਾ ਕਰਨ ਸਾਨੂੰ ਪ੍ਰੀਤ ਦਿੱਤੀ ਆ, ਸਾਨੂੰ ਪ੍ਰੇਮ ਮਿਲਿਆ। ਅਸੀਂ ਬੈਠੇ ਹਾਂ, ਕਿਉਂ ਆ ਕੇ ਖਿੱਚੇ ਚਲੇ ਆਉਂਦੇ ਹੋ? ਦਿਨ ਚੜ੍ਹਦਾ ਉੱਠਦੇ ਨਹਾ ਧੋ ਕੇ ਤੁਹਾਨੂੰ ਤੁਰ ਪੈਂਦੇ ਹੋ। ਆਖਰ ਕੋਈ ਤੁਣਕ ਹੈ ਨਾ, ਕੋਈ ਡੋਰ ਖਿੱਚੀ ਆਉਂਦੀ ਨਾ, ਨਹੀਂ ਤਾਂ ਲੋਕ ਤਾਂ ਆਰਾਮ ਨਾਲ ਹੋਰ ਸੌਂ ਸਕਦੇ ਨੇ। ਬਹੁਤ ਲੋਕ ਨੇ ਸਾਡੇ ਤੋਂ ਪਹਿਲਾਂ ਉੱਠੇ ਨੇ, ਪਾਰਕਾਂ 'ਚ ਆ ਕੇ ਬੈਠੇ ਨੇ, ਉੱਥੋਂ ਦੀ ਬੈਂਚਾਂ 'ਤੇ ਜਾ ਕੇ ਬਹਿ ਗਏ ਨੇ। ਠੀਕ ਹੈ, ਭਲੇ ਹੋਣਗੇ, ਬੁਰਾਈ ਨਹੀਂ ਕਰ ਰਹੇ ਉਹ, ਇਹ 'ਚ ਕੋਈ ਦੋ ਰਾਏ ਨਹੀਂ। ਉੱਥੇ ਬੈਠੇ ਲੋਕ ਬੁਰਾਈਆਂ ਨਹੀਂ ਕਰਦੇ ਹੋਣਗੇ, ਪਰ ਪ੍ਰੀਤ ਨਹੀਂ ਕਰ ਪਾ ਰਹੇ। ਹੋ ਸਕਦਾ ਕਿਸੇ ਹੋਰ ਨਾਲ ਪ੍ਰੀਤ ਲਾ ਬੈਠੇ ਹੋਣ, ਉਹਨਾਂ ਨੂੰ ਕਿਸੇ ਹੋਰ ਦੀ ਪ੍ਰੀਤ ਮਿਲੀ ਹੋਵੇ, ਉਹਨਾਂ ਦੇ ਭਾਗ ਉਹਨਾਂ ਦੇ ਨਾਲ, ਪਰ ਸਾਡੇ ਭਾਗ ਸਾਡੇ ਨਾਲ। ਸਾਨੂੰ ਤੇ ਪ੍ਰੀਤ ਮਿਲੀ ਗੁਰੂ ਕੀ ਤੋਂ ਦਿੱਤੀ ਹੈ ਦਾਤ ਸਾਈ ਪ੍ਰੀਤ ਜੇ ਆਪੇ ਲਾਏ। ਪ੍ਰੀਤ ਹੀ ਉਹ ਜੋ ਆਪ ਦੇਵੇ। ਇਸੇ ਕਰਕੇ ਕਹਿੰਦੇ ਨੇ ਪ੍ਰੀਤ ਇੱਕ ਦਾਤ ਹੈ, ਪ੍ਰੇਮ ਇੱਕ ਪਦਾਰਥ ਹੈ, ਅਤੇ ਪਦਾਰਥ ਪ੍ਰਾਪਤ ਹੁੰਦੇ ਨੇ। ਜੋ ਬਾਜ਼ਾਰ 'ਚ ਸੀ ਕਿੰਨਾ ਪਦਾਰਥ ਖਾਣ ਪੀਣ ਦੇ ਹੰਡਾਣ ਦੇ ਪ੍ਰਾਪਤ ਹੁੰਦੇ ਨੇ, ਇਵੇਂ ਹੀ 4 ਪਦਾਰਥ ਨੇ ਸਾਨੂੰ ਪ੍ਰਾਪਤ ਹੁੰਦੇ ਨੇ। ਉਹਨਾਂ 'ਚੋਂ ਪ੍ਰੇਮ ਇੱਕ ਪਦਾਰਥ ਹੈ। ਦਾਰਸ਼ਨਿਕ ਅਤੇ ਗਿਆਨੀਆਂ ਦੇ ਪਦਾਰਥ ਅਲੱਗ ਨੇ, ਉਹ ਧਰਮ ਅਰਥ ਕਾਮ ਮੋਕਸ਼ ਅਲੱਗ ਪਦਾਰਥ ਨੇ। ਗੁਰੂ ਨਾਨਕ ਸਾਹਿਬ ਜੀ ਨੇ ਜੋ ਦੱਸੇ ਪਦਾਰਥ ਨੇ ਉਹ ਅਲੱਗ ਨੇ। ਚੇਤਾ ਰੱਖਣਾ, ਜਨਮ ਪਦਾਰਥ ਸਾਨੂੰ ਮਿਲੇ ਆ ਨਾ, ਸਾਰਿਆਂ ਨੂੰ, ਸਭ ਨੂੰ ਜਨਮ ਪਦਾਰਥ ਮਿਲ ਗਿਆ। ਹੁਣ ਜਨਮ ਪਦਾਰਥ ਤੋਂ ਬਾਅਦ ਵਿੱਚ ਪ੍ਰੇਮ ਪਦਾਰਥ ਪਤਾ ਨਹੀਂ ਕਿਸ ਨੂੰ ਕਿੰਨਾ ਮਿਲਿਆ, ਕਿਸ ਰੂਪ 'ਚ ਮਿਲਿਆ। ਗਿਆਨ ਪਦਾਰਥ ਹੈ, ਗਿਆਨ ਕਿਤਨਾ ਮਿਲਿਆ, ਕਿਸ ਨੂੰ ਕਿਸ ਰੂਪ 'ਚ ਮਿਲੇਗਾ, ਸਾਡੇ ਕੋਲ ਦਾਵਾ ਤੇ ਨਹੀਂ ਨਾ, ਪਰ ਹੈ ਨਾ। ਜਿਨ੍ਹਾਂ ਨੂੰ ਗਿਆਨ ਪਦਾਰਥ ਅਤੇ ਪ੍ਰੇਮ ਪਦਾਰਥ ਸੰਪੂਰਨਤਾ ਸਮਗਰਤਾ 'ਚ ਮਿਲਦੇ ਨੇ, ਉਹਨਾਂ ਨੂੰ ਹੀ
ਨਾਮ ਪਦਾਰਥ ਮਿਲਦਾ ਜੀ। ਕਿਉਂਕਿ ਨਾਮ ਪਦਾਰਥ ਟਿਕਦਾ ਹੀ ਉੱਥੇ ਹੈ ਜਿੱਥੇ ਪ੍ਰੇਮ ਅਤੇ ਗਿਆਨ ਸੰਮਿਲਿਤ ਹੋਵੇ। ਜਿਵੇਂ ਪ੍ਰਸ਼ਾਦ ਮਿਲਦਾ ਹੀ ਉਹਨਾਂ ਨੂੰ ਹੈ ਜਿਨ੍ਹਾਂ ਦੇ ਬੁੱਕ ਹੋਵੇਗਾ। ਜੇ ਬੁੱਕ ਨਹੀਂ ਕਰੋਗੇ ਤਾਂ ਪ੍ਰਸ਼ਾਦ ਨਹੀਂ ਮਿਲੇਗਾ। ਇਸ ਕਰਕੇ ਜੇ ਪ੍ਰਸ਼ਾਦ ਪ੍ਰਾਪਤ ਕਰਨਾ ਤਾਂ ਬੁੱਕ ਤਿਆਰ ਕਰਨਾ ਪੈਂਦਾ। ਨਾਮ ਪਦਾਰਥ ਪ੍ਰਾਪਤ ਹੋਵੇ ਉਹਦੇ ਵਾਸਤੇ ਪ੍ਰੇਮ ਅਤੇ ਗਿਆਨ ਚਾਹੀਦਾ। ਅਤੇ ਮਹਾਰਾਜ ਸਾਨੂੰ ਤੇ ਮਹਾਰਾਜ ਕਹਿੰਦੇ ਮੈਨੂੰ ਪ੍ਰੇਮ ਮਿਲਿਆ ਭਾਈ। ਮੇਰੇ ਮਨ ਸਤਿਗੁਰ ਪ੍ਰੀਤ ਲਗਾਈ ਰਾਮ। ਹੇ ਵਾਹਿਗੁਰੂ, ਇੱਥੇ ਵਾਹਿਗੁਰੂ ਸੰਬੋਧਨ ਸਾਡੇ ਤੁਹਾਡੇ ਲਈ ਜੀਆਂ ਵਾਸਤੇ ਭਾਈ। ਸਾਨੂੰ ਜੋ ਪ੍ਰੀਤ ਮਿਲੀ ਹੈ, ਦਾਤੇ ਨੂੰ ਜੋ ਦਾਤ ਦਿੱਤੀ ਹੈ, ਇਹ ਪ੍ਰੀਤ ਦੀ ਦਾਤ ਮਿਲੀ ਹੈ। ਪ੍ਰੇਮ ਦਾਤ ਵਜੋਂ ਮੇਰੇ ਸਾਚੇ ਸਤਿਗੁਰੂ ਨੇ, ਮੇਰੇ 'ਤੇ ਸਾਚੇ ਸਾਹਿਬ ਨੇ ਸਾਨੂੰ ਦਿੱਤਾ ਹੈ। ਮਾਣ ਨਾ ਕਰਨਾ ਕਿ ਮੈਂ ਬੜਾ ਪ੍ਰੇਮ ਕਰਦਾ ਹਾਂ, ਇਹ ਤਾਂ ਉਹਦੀ ਦਾਤ ਹੈ, ਉਹਦਾ ਸ਼ੁਕਰਾਨਾ ਹੈ ਕਿ ਉਹਨੇ ਪ੍ਰੀਤ ਦਾ ਮੌਕਾ ਦਿੱਤਾ ਹੈ, ਆਪਣੀ ਪ੍ਰੀਤ ਦਿੱਤੀ ਹੈ, ਕਲਾ ਦਿੱਤੀ ਹੈ। ਅਤੇ ਨਾਲ ਕਹਿੰਦੇ ਚੇਤਾ ਰੱਖਣਾ, ਹਰ 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 ਨਾਮ ਮੇਰਾ ਮਨ ਵਸਾਈ ਰਾਮ। ਸਾਹਿਬ ਨੇ ਕਿਰਪਾ ਕੀਤੀ, ਪ੍ਰੀਤ ਦੀ ਦਾਤ ਦਿੱਤੀ ਅਤੇ ਪ੍ਰੀਤ ਦੇ ਨਾਲ ਹੀ ਨਾਲ ਨਾਮ ਦੀ ਦਾਤ ਵੀ ਦੇ ਦਿੱਤੀ। ਕਿਉਂਕਿ ਪ੍ਰੀਤ ਪ੍ਰੇਮ ਜਿਹਨੂੰ ਅਸੀਂ ਕਹਿੰਦੇ ਹਾਂ, ਬਾਅਦ ਵਿੱਚ ਨਾਮ ਮਿਲਦਾ। ਜੇ ਪ੍ਰੇਮ ਹੋਏਗਾ ਤਾਂ ਫਿਰ ਇਹਦੇ ਨਾਮ ਦੀ ਪ੍ਰਾਪਤੀ ਕਰ ਪਾਓਗੇ ਨਾ। ਇਸ ਕਰਕੇ ਕਹਿਣ ਲੱਗੇ ਸਾਹਿਬ ਨੇ ਕਿਰਪਾ ਕੀਤੀ, ਮੈਨੂੰ ਪ੍ਰੀਤ ਦੀ ਦਾਤ ਦਿੱਤੀ। ਪ੍ਰੀਤ ਦੇ ਨਾਲ ਸਾਹਿਬ ਨੇ ਆਪਣੇ ਨਾਮ ਦੀ ਦਾਤ ਦਿੱਤੀ। ਅਸੀਂ ਪਿਆਰ ਨਾਲ ਸ਼ੁਕਰਾਨਾ ਕਰੀਏ, ਸਾਨੂੰ ਥੋੜ੍ਹਾ ਤੇ ਭਾਵੇਂ ਬਹੁਤਾ ਇੰਨਾ ਹੱਕ ਤੇ ਮਿਲਿਆ ਨਾ, ਅਸੀਂ ਆਉਂਦੇ ਜਾਂਦੇ ਉੱਠਤ ਬੈਠਤ ਸੁਣਦੇ ਜਾਗਦੇ ਵਾਹਿਗੁਰੂ 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 ਜਪ ਸਕਦੇ ਹਾਂ, ਬੋਲ ਸਕਦੇ ਹਾਂ। ਔਰ ਦੁਨੀਆ ਦਾ ਕੋਈ ਕਾਨੂੰਨ ਸਾਨੂੰ ਇਸ ਵਾਹਿਗੁਰੂ ਵਾਹਿਗੁਰੂ ਦੇ ਜਪ ਤੋਂ ਰੋਕ ਨਹੀਂ ਸਕਦਾ। ਦੁਨੀਆ ਕਿਤੇ ਉੱਚੀ ਬੋਲਣ 'ਚ ਪਾਬੰਦੀ ਲਗਾ ਸਕਦੀ, ਲਗਾ ਦੇਵੇ, ਕਿਤੇ ਜਾਣ 'ਤੇ ਪਾਬੰਦੀ ਲਗਾ ਦਿੰਦੀ, ਲਗਾ ਦੇਵੇ, ਕਿਤੇ ਬੋਲਣ ਦੇਵੇ, ਕਿਤੇ ਜਾਣ ਦੇਵੇ, ਕਿਤੇ ਨਾ ਜਾਣ ਦੇਵੇ, ਕਿਤੇ ਸਾਨੂੰ ਆਉਣ ਦੇਵੇ, ਨਾ ਆਉਣ ਦੇਵੇ, ਪਰ ਸਾਨੂੰ ਵਾਹਿਗੁਰੂ ਵਾਹਿਗੁਰੂ ਜਪਣ ਤੋਂ ਤਾਂ ਕੋਈ ਰੋਕ ਨਹੀਂ ਸਕਦਾ। ਬੈਠੇ ਜਪਦੇ ਆ। ਅਸੀਂ ਵੇਖਿਆ ਭਾਈ ਮਨ ਸੁਖ ਸਾਡੇ ਸਿੱਖ ਇਤਿਹਾਸ ਦਾ ਪਹਿਲੇ ਵਿਅਕਤਿਤਵ ਨੇ ਜਿਹੜੇ ਸਿੱਖੀ ਦੀ ਗੱਲ ਲੈ ਕੇ ਸਮੁੰਦਰਾਂ ਦੀ ਯਾਤਰਾਵਾਂ ਕਰਕੇ ਵਿਦੇਸ਼ ਯਾਤਰਾ 'ਤੇ ਗਏ ਨੇ। ਅੱਜ ਲੋਕ ਵਿਦੇਸ਼ ਗਏ ਨੇ, ਚੰਗਾ ਭਲਾ ਹੈ, ਪਰ ਪਤਾ ਹੈ ਉਸ ਵਕਤ ਗੁਰੂ ਨਾਨਕ ਸਾਹਿਬ ਜੀ ਅਜੇ ਸੁਲਤਾਨਪੁਰ ਲੋਧੀ ਵਿਖੇ ਮੋਦੀ ਦੀ ਕਾਰ ਕਰਦੇ ਨੇ। ਉਦੋਂ ਵੀ ਗੁਰੂ ਨਾਨਕ ਦਾ ਪਿਆਰਾ ਸ਼੍ਰੀਲੰਕਾ ਜਿਹਨੂੰ ਆਪਾਂ ਕਹਿੰਦੇ ਜਾਫਨਾ ਕਿਹਾ ਜਾਂਦਾ ਹੈ, ਉੱਥੇ ਜਾ ਕੇ ਵਪਾਰ ਕਰਨ ਜਾਂਦੇ ਨੇ। ਦੁਨੀਆ ਦਾ ਉੱਥੇ ਬਾਜ਼ਾਰ ਦਾ, ਉੱਥੇ ਸਮਾਜ ਦਾ ਅਤੇ ਰਾਜੇ ਦਾ ਕਾਨੂੰਨ ਹੋਵੇਗਾ ਕਿ ਭਾਈ ਤੁਸੀਂ ਅੱਜ ਚੁੱਲ੍ਹਾ ਨਹੀਂ ਬਾਲਣਾ, ਉਹਦੇ ਕਰਕੇ ਕੈਦ ਕੀਤਾ ਜਾਂਦਾ ਹੋਵੇਗਾ। ਪਰ ਇਹ ਕਾਨੂੰਨ ਕਿਤੇ ਨਹੀਂ ਆ ਕਿ ਤੁਸੀਂ ਆਪਣੇ ਕੋਲ ਬਹਿ ਕੇ ਵਾਹਿਗੁਰੂ ਵਾਹਿਗੁਰੂ ਨਹੀਂ ਜਪ ਸਕਦੇ। ਤੁਹਾਡੇ ਚੁੱਲ੍ਹਾ ਬਾਲਣ 'ਤੇ ਪਾਬੰਦੀ ਹੋ ਸਕਦੀ ਹੈ, ਖਾਣ 'ਤੇ ਪਾਬੰਦੀ ਹੋ ਸਕਦੀ ਹੈ, ਪਰ ਜਪ 'ਤੇ ਅਜੇ ਤੱਕ ਪਾਬੰਦੀ ਨਹੀਂ। ਅਤੇ ਸਤਿਗੁਰੂ ਨੇ ਸਾਨੂੰ ਦਿੱਤੀ ਨਾ ਦਾਤ, ਨਾਮ ਮੇਰੇ ਮਨ ਵਸਾਈ, ਨਾਮ ਮੇਰੇ ਮਨ ਵਿੱਚ ਵਸਾ ਦਿੱਤਾ ਹੈ। ਮੇਰੇ ਸਾਹਿਬ ਦਾ ਸ਼ੁਕਰਾਨਾ ਕਿ ਉਹਨੇ ਮੈਨੂੰ ਪ੍ਰੀਤ ਦਿੱਤੀ, ਉਹਨੇ ਮੈਨੂੰ ਪਿਆਰ ਦਿੱਤਾ, ਉਹਨੇ ਮੈਨੂੰ ਆਪਣਾ ਨਾਮ ਦਿੱਤਾ ਹੈ, ਆਪਣਾ ਨਾਮ ਵਰਤਣ ਦਾ ਹੱਕ ਦਿੱਤਾ ਹੈ। ਫਿਰ ਪੁੱਛੀ ਬਾਬਾ ਕੀ ਹੋਇਆ? ਕਹਿਣ ਲੱਗੇ ਹਰ ਹਰ ਨਾਮ ਮੇਰੇ ਮਨ ਵਸਾਈ। ਜਦੋਂ ਮੇਰੇ ਸਾਹਿਬ ਨੇ ਕਿਰਪਾ ਕੀਤੀ, ਨਾਮ ਦੀ ਦਾਤ, ਨਾਮ ਦੀ ਕਲਾ ਮੇਰੇ ਮਨ ਵਿੱਚ ਵਸਾ ਦਿੱਤੀ। ਅਤੇ ਜਿਉਂ ਹੀ ਨਾਮ ਦੀ ਕਲਾ ਮੇਰੇ ਮਨ ਵਿੱਚ ਵਸੀ ਨਾ, ਅਤੇ ਨਾਮ ਦੇ ਵਸਣ ਦੇ ਸਦਕੇ ਸਭ ਦੁੱਖ ਵਿਸਾਰਨ ਹਾਰਾ। ਪਤਾ ਲੱਗਾ ਜੋ ਨਾਮ ਹੈ ਨਾ, ਇਹ ਸਾਰੇ ਦੁੱਖਾਂ ਨੂੰ ਮਿਟਾਉਣ ਵਾਲਾ ਹੈ। ਅਤੇ ਜਿਉਂ-ਜਿਉਂ ਮੇਰੇ ਹਿਰਦੇ 'ਚ ਨਾਮ ਦੀ ਕਲਾ ਗਹਿਰੀ ਉਤਰਦੀ ਚਲੀ ਗਈ, ਮੇਰੇ ਦੁੱਖ ਮਿਟਦੇ ਚਲੇ ਗਏ। ਅੱਜ ਵੀ ਅਸੀਂ ਇਸੇ ਆਸ ਉਮੀਦ 'ਚ ਬੈਠਦੇ ਹਾਂ, ਵਾਹਿਗੁਰੂ ਵਾਹਿਗੁਰੂ ਕਰੀਏ, ਸਿਮਰਨ ਭਜਨ ਜਪ ਜੋ ਕੁਝ ਵੀ ਆਪਾਂ ਕਰਦੇ ਹਾਂ, ਕਲਾ ਅਤੇ ਨਾਮ ਦੀ ਸਾਡੇ ਅੰਦਰ ਉਤਰਨੀ ਹੈ ਨਾ। ਜਿਤਨੀ ਕਿਸੇ ਦੇ ਅੰਦਰ ਨਾਮ ਦੀ ਕਲਾ ਗਹਿਰੀ ਉਤਰਦੀ ਜਾਏਗੀ, ਚੇਤਾ ਰੱਖਣਾ, ਉਤਨੇ ਹੀ ਉਹਦੇ ਦੁੱਖ ਮਿਟਦੇ ਜਾਣਗੇ। ਆ ਤਨ ਅਤੇ ਮਨ ਦੇ ਦੁੱਖ ਜਿਤਨੇ ਵੀ ਨੇ ਨਾ, ਉਹ ਤਾਂ ਹੀ ਲੱਗਦੇ ਨੇ ਜੇ ਨਾਮ ਦੀ ਕਲਾ ਤੋਂ ਦੂਰ ਹੋ ਜਾਂਦੇ ਹਾਂ। ਜਿਤਨਾ ਨਾਮ ਦੀ ਕਲਾ ਤੋਂ ਅਸੀਂ ਦੂਰ ਹਟੀ ਜਾਂਦੇ ਹਾਂ, ਉਤਨੇ ਸਾਡੇ 'ਤੇ ਦੁੱਖਾਂ ਦਾ ਪ੍ਰਭਾਵ ਵਧੀ ਜਾਂਦਾ ਹੈ।
ਤੇ ਜਿਤਨਾ ਸਾਡੇ ਅੰਦਰ ਨਾਮ ਦੀ ਕਲਾ ਗਹਿਰੀ ਪੈਠ ਉਤਰਦੀ ਜਾਂਦੀ ਹੈ, ਉਤਨਾ ਹੀ ਮਾਤਰਾ ਦੇ ਵਿੱਚ ਸਾਡਾ ਦੁੱਖ ਮਿਟਦਾ ਜਾਂਦਾ ਹੈ। ਸੰਤ ਦੇ ਨੇੜੇ ਦੁੱਖ ਜਾਂਦਾ ਨਹੀਂ, ਕਿਉਂਕਿ ਸੰਤ ਦਾ ਹਿਰਦਾ ਨਾਮ ਦੇ ਨਾਲ ਭਰਿਆ ਹੁੰਦਾ ਹੈ, ਤੇ ਮਨਮੁਖ ਸਾਖਤ ਦੇ ਕੋਲ ਦੁੱਖ ਤੋਂ ਸਿਵਾ ਹੋਰ ਕੁਝ ਹੁੰਦਾ ਨਹੀਂ, ਕਿਉਂਕਿ ਉਹਦੇ ਹਿਰਦੇ 'ਚ ਬਾਕੀ ਸਭ ਕੁਝ ਹੋ ਸਕਦਾ ਹੈ, ਨਾਮ ਨਹੀਂ ਹੁੰਦਾ। ਇਸੇ ਕਰਕੇ ਸਾਨੂੰ ਸਮਝ ਆ ਜਾਏ, ਜਿਤਨਾ ਨਾਮ ਪ੍ਰਾਪਤ ਕਰ ਲਵਾਂਗੇ ਉਤਨੇ ਸੁਖੀ ਹੋ ਜਾਵਾਂਗੇ। ਅਸੀਂ ਪੜ੍ਹਦੇ ਹਾਂ ਸਰਬ ਸੁੱਖਾਂ ਕਾ ਦਾਤਾ ਸਤਿਗੁਰ। ਸਾਰੇ ਸੁੱਖਾਂ, ਹੋਰ ਸਤਿਗੁਰੂ ਕੋਈ ਪੈਕੇਜ ਥੋੜ੍ਹਾ ਦਿੰਦੇ ਨੇ ਵੀ ਵਸਤੂਆਂ ਗਿਣ ਲੈ ਭਾਈ, ਨਹੀਂ, ਨਾਮ ਦੀ ਕਲਾ ਦਿੰਦੇ ਨੇ, ਸਾਰੇ ਸੁੱਖ ਆਪੇ ਮਿਲ ਜਾਂਦੇ। ਪਾਤਸ਼ਾਹ ਦਸ਼ਮੇਸ਼ ਮਹਾਰਾਜ ਜੀ ਨੇ ਆਪਣੇ ਬਹੁਤ ਪਿਆਰੇ ਨਜ਼ਦੀਕੀ ਨੰਦ ਲਾਲ ਸਾਹਿਬ ਜੀ ਤੋਂ ਪੁੱਛਿਆ ਸੀ, ਨੰਦ ਲਾਲ ਤੂੰ ਦੁਨੀਆ ਦੇ ਵਿੱਚ ਇੱਕ ਆਲਮ ਸ਼ਾਇਰ ਹੈ, ਪੜ੍ਹਿਆ ਲਿਖਿਆ ਹੈ, ਇਹ ਦੱਸ ਕਿ ਦੁੱਖ ਕੀ ਹੁੰਦਾ ਹੈ। ਗਮ ਚ ਬਾਸ਼ਿਤ ਫਾਰਸੀ ਦਾ ਬਚਨ ਮਹਾਰਾਜ ਨੇ ਪੁੱਛ ਲਿਆ। ਕਹਿਣ ਲੱਗੇ ਦੁੱਖ ਕੀ ਹੈ? ਨੰਦ ਲਾਲ ਚੁੱਪ ਕਰ ਰਹੇ। ਕੁਝ ਸਮੇਂ ਬਾਅਦ ਕਹਿਣ ਲੱਗੇ, ਮਹਾਰਾਜ ਮੈਂ ਜ਼ਿੰਦਗੀ ਦੇ ਬਹੁਤ ਸਾਰੇ ਤਜਰਬਿਆਂ ਨੂੰ ਵੇਖਿਆ ਹੈ, ਗਰੀਬੀਆਂ ਤੋਂ ਲੈ ਕੇ ਅਮੀਰੀਆਂ ਤੱਕ ਤੇ ਸ਼ਾਹੀ ਸ਼ਾਨੋ ਸ਼ੌਕਤ ਤੇ ਰਾਜ ਦਰਬਾਰਾਂ ਤੱਕ ਦੀ ਰੌਣਕ ਨੂੰ ਦੇਖਿਆ ਹੈ। ਇਹਨਾਂ ਦੇਖਣ 'ਤੇ ਸਮਝ ਆਇਆ ਹੈ ਦੁੱਖ ਤੇ ਸੁੱਖ ਦੋਨੋਂ ਦੇ ਬਾਹਰਲੇ ਰੂਪ ਦੇਖੇ ਨੇ, ਦੁੱਖ ਤੇ ਸੁੱਖ ਦੇ ਅੰਦਰਲੇ ਪੱਖਾਂ ਨੂੰ ਜਾਣਿਆ ਹੈ। ਤੇ ਮੇਰਾ ਖਿਆਲ ਜਿੱਥੇ ਤੱਕ ਮੈਨੂੰ ਸਮਝ ਆਏ, ਦੁੱਖ ਇੱਕੇ ਕਾਰਨ ਕਰਕੇ ਹੈ, ਤੇਰੀ ਯਾਦ ਨੂੰ ਜੋ ਭੁੱਲ ਜਾਂਦਾ ਹੈ ਉਹ ਹੀ ਦੁਖੀ ਹੁੰਦਾ ਹੈ। ਉਹਨਾਂ ਪੁੱਛਿਆ ਸੀ ਗਮ ਚ ਬਾਸ਼ਿਤ, ਕਹਿਣ ਲੱਗੇ ਗਫਲਤ ਅਦ ਯਾਦ ਖੁਦਾ, ਜਿਹਨੂੰ ਅਸੀਂ ਕਿ ਬੜੇ ਪਿਆਰ ਨਾਲ ਪੜ੍ਹਦੇ ਹਾਂ। ਸਤਿਗੁਰੂ ਨੇ ਫਿਰ ਤੁਕ ਪੜ੍ਹ ਕੇ ਸੁਣਾਈ। ਕਹਿਣ ਲੱਗੇ ਮਹਾਰਾਜ ਨੇ ਬਹੁਤ ਗਜ਼ਬ ਨਾਲ ਲਿਖਿਆ ਹੈ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਸਭੇ ਦੁੱਖ ਸੰਤਾਪ ਜਾਂ ਤੁਧੋਂ ਭੁੱਲੀਐ। ਵਾਹਿਗੁਰੂ ਜੀ ਦੇ ਨਾਮ ਨੂੰ, ਵਾਹਿਗੁਰੂ ਜੀ ਨੂੰ ਭੁੱਲਣ ਦਾ ਮਤਲਬ ਹੈ ਸਾਰੇ ਦੁੱਖ ਤੇ ਸੰਤਾਪ ਬੁਲਾ ਲੈਣਾ, ਤੇ ਉਹਦੇ ਨਾਮ ਨਾਲ ਜੁੜੇ ਰਹਿਣ ਦਾ ਮਤਲਬ ਹੈ ਦੁੱਖ ਸੰਤਾਪ ਨੇੜੇ ਨਾ ਆਵਣ। ਅੱਜ ਕਹਿਣ ਲੱਗੇ ਜਿਉਂ ਕਲਾ ਕਰਤੇ ਨੇ ਆਪਣੇ ਨਾਮ ਦੀ ਵਸਾਈ, ਤੇ ਮੈਨੂੰ ਸਮਝ ਆ ਗਈ ਨਾਮ ਦੀ ਕਲਾ ਵਰਤਨ ਦੇ ਨਾਲ ਹੀ ਚਿੱਤ ਸ਼ਾਂਤ ਹੋ ਗਿਆ, ਮਨ ਟਿਕਾਓ 'ਚ ਆ ਗਿਆ, ਦੁੱਖ ਮਿਟ ਗਿਆ। ਪਤਾ ਲੱਗਾ ਦੁੱਖ ਮਿਟਣ ਵਾਲੀ ਕਲਾ ਤੇ ਨਾਮ ਹੈ, ਦੁੱਖ ਸਭ ਦੁੱਖ ਵਿਸਾਰਨ ਹਾਰਾ। ਕਹਿਣ ਲੱਗੇ ਮੈਂ ਤੇ ਵੱਡੇ ਭਾਗਾਂ ਵਾਲਾ, ਵੱਡ ਭਾਗੀ ਗੁਰਦਰਸ਼ਨ ਪਾਇਆ, ਵੀ ਮੇਰੇ ਤੇ ਮੱਥੇ ਦੇ ਭਾਗ ਜਾਗ ਪਏ, ਕਿਤੇ ਅਸੀਂ ਇੱਥੇ ਪਹੁੰਚ ਸਕੀ। ਯਾਦ ਰੱਖਣਾ ਸਾਡੇ ਭਾਗ ਜਾਗੇ ਨੇ ਤਾਂ ਹੀ ਇੱਥੇ ਆਏ ਹਾਂ। ਮਤ ਖਿਆਲ ਕਰਨਾ ਕਿ ਸਾਨੂੰ ਕਿਸੇ ਹੋਰ ਅਜੇ ਹੋ ਕਿਸੇ ਭਾਗ ਦੀ ਮੰਗ ਕਰੀਏ, ਨਹੀਂ। ਵਿਣ ਭਾਗਾਂ ਸਤ ਸੰਗ ਨਾ ਲੱਭੈ, ਮੱਥੇ ਦੇ ਭਾਗ ਸਨ ਤੇ ਭਾਗਾਂ ਦੇ ਸਦਕੇ ਹੀ ਇੱਥੇ ਆਣ ਬੈਠੇ ਆ। ਇਹ ਮਸਤਕ ਇੱਥੇ ਟਿਕਾਣ ਦਾ ਵਕਤ ਮਿਲੇ, ਕਿਉਂਕਿ ਇਸ ਮਸਤਕ ਦੇ ਲੇਖ ਭਾਗ ਸੀ, ਇਹ ਦਰਬਾਰ 'ਚ ਝੁਕੇਗਾ। ਭਾਗਾਂ ਕਰਕੇ ਗੁਰੂ ਮਿਲਦੇ ਨੇ, ਭਾਗਾਂ ਕਰਕੇ ਸਤ ਸੰਗਤ ਮਿਲਦੀ। ਹਾਂ, ਇੱਥੇ ਬੈਠ ਕੇ ਫਿਰ ਅਸਾਂ ਨੇ ਸੰਕਲਪ ਲੈਣੇ ਨੇ, ਆਪਣੇ ਗੁਰੂ ਦੀ ਆਸੀਸ ਨੂੰ ਪ੍ਰਾਪਤ ਕਰਨਾ ਹੈ। ਪ੍ਰੇਮ ਦੀ ਕਲਾ ਦਾਤਾ ਦੇ ਰਹੇ ਨੇ, ਉਸ ਪ੍ਰੇਮ ਦੀ ਡੋਰ ਨੂੰ, ਪ੍ਰੇਮ ਦੀ ਕਲਾ ਨੂੰ ਅਸਾਂ ਗਾਹ ਕਰ ਪਕੜਨਾ ਹੈ, ਧਿਆਨ ਦੇ ਨਾਲ ਪਕੜਨਾ। ਕਿਤੇ ਇਹ ਪ੍ਰੇਮ ਦੀ ਕਲਾ ਮੇਰੇ ਇੱਥੋਂ ਸਕਿਪ ਨਾ ਹੋ ਜਾਏ, ਕਿਤੇ ਮੇਰੇ ਇੱਥੋਂ ਸਲਿੱਪ ਨਾ ਹੋ ਜਾਏ, ਕਿਤੇ ਮੇਰੀ ਉਹ ਹਾਲਾਤ ਨਾ ਬਣ ਜਾਏ ਜੋ ਮਹਾਰਾਜ ਨੇ ਕਰਾਈ ਹੈ ਕਿ ਕਰਮ ਹੈ ਅੰਮ੍ਰਿਤ ਆਣ ਨਿਸਾਰਿਓ। ਅੰਮ੍ਰਿਤ ਹੱਥ ਵਿੱਚ ਆਇਆ ਖਿਸਕ ਗਿਆ, ਖਿਸਰ ਗਇਓ ਭੂਮ ਪਰ ਡਾਰਿਓ। ਬੁੱਕ 'ਚ ਪੈਂਦਾ ਪੈਂਦਾ ਅੰਮ੍ਰਿਤ ਡੁੱਲ ਗਿਆ, ਤੇ ਇੱਕ ਵਾਰ ਡੁੱਲ ਗਿਆ ਮੁੜ ਕੇ ਸਾਰੀ ਉਮਰ ਪੀਣ ਨੂੰ ਵਕਤ ਨਹੀਂ ਮਿਲਦਾ। ਇਸੇ ਕਰਕੇ ਵਕਤ ਵਿਹਾਜ ਜਾਏ, ਵਕਤ ਖੋ ਜਾਏ, ਲੱਭੀ ਦੇ ਕਿਤੇ ਕਾਸ਼ ਵਕਤ ਨਾ ਗਵਾਇਆ ਹੁੰਦਾ। ਜ਼ਿੰਦਗੀ ਦੇ ਬਹੁਤ ਸਾਰੇ ਸਮੇਂ ਨੇ ਜੋ ਸਾਨੂੰ ਪਛਤਾਵਾ ਦਿੰਦੇ ਨੇ ਕਿ ਮਨਾ ਕਿਤੇ ਉਸ ਵਕਤ ਸੁਚੇਤ ਹੁੰਦਾ, ਕਿਤੇ ਮਨਾ ਤੋਂ ਉਸ ਵਕਤ ਸਾਵਧਾਨ ਹੁੰਦਾ, ਤੇ ਸ਼ਾਇਦ ਅੱਜ ਜ਼ਿੰਦਗੀ ਦਾ ਰੰਗ ਕੁਛ ਹੋਰ ਹੋ ਜਾਂਦਾ। ਪਰ ਕੀ ਕਰੀਏ, ਗੁਜ਼ਰ ਗਿਆ। ਕਹਿਣ ਲੱਗੇ ਵੱਡੇ ਭਾਗ ਸਾਨੂੰ ਗੁਰੂ ਸਾਹਿਬ ਦੇ ਦਰਸ਼ਨ ਹੋਏ। ਇਸਨੂੰ ਅਸੀਂ ਕਿਸ ਤਰੀਕੇ ਨਾਲ ਸਮਝ ਸਕਦੇ ਹਾਂ? ਧੰਨ ਗੁਰੂ ਰਾਮਦਾਸ ਮਹਾਰਾਜ ਦੇ ਬਚਨ ਨੇ, ਤੇ ਧੰਨ ਗੁਰੂ ਰਾਮਦਾਸ ਸਾਹਿਬ ਦੇ ਬਚਨਾਂ ਦੇ ਵਿੱਚ ਉਹਨਾਂ ਆਪਣੇ ਆਪੇ ਨੂੰ ਵਰਤਿਆ ਹੈ। ਤੇ ਅਸੀਂ ਮੰਨਦੇ ਨਾ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਬਚਪਨ ਗਰੀਬੀ 'ਚ ਗੁਜ਼ਰਦਾ ਹੈ, ਮਾਪੇ ਚਲਾਣਾ ਕਰ ਜਾਂਦੇ ਨੇ, ਪਰ ਭਾਗ ਹੈ ਨਾ ਨਾਨੀ ਦੇ ਦੁਆਰਾ ਗੁਰੂ ਅਮਰਦਾਸ ਮਿਲਦੇ ਨੇ, ਇਹੀ ਤੇ ਭਾਗ ਨੇ। ਸ਼ਾਇਦ ਹੋਰ ਇਹ ਤੋਂ ਵੱਡੇ ਭਾਗ ਕੀ ਲੱਭੋਗੇ ਸਾਨੂੰ, ਜਿਹਨੂੰ ਅਸੀਂ ਪੜ੍ਹ ਸਕਦੇ ਹਾਂ। ਅਸੀਂ ਬੜੇ ਪ੍ਰੇਮ ਨਾਲ ਕਦੇ ਕਦੇ ਪੜ੍ਹਿਆ ਕਰੀਏ।
ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਸਾਡੇ ਵਰਗੇ, ਸਾਡੇ ਨਾਂ ਵਰਗੇ, ਸਾਡੀ ਜਾਤ ਗੋਤ ਵਰਗੇ ਕਿਤੇ ਸਰਚ ਕਰਕੇ ਦੇਖਣਾ, ਆਪਣੇ ਹੀ ਸਾਡੇ ਨਾਮ ਤੇ, ਸਾਡੀ ਗੋਤ ਤੇ, ਸਾਡੀ ਬਰਾਦਰੀ, ਸਾਡੇ ਵਰਗੇ ਸੈਂਕੜੇ ਲੋਕ ਸੰਸਾਰ ਤੋਂ ਫਿਰਦੇ ਹੋਣਗੇ। ਇੱਕੇ ਨਾਮ ਦੇ, ਇੱਕੇ ਗੋਤ ਦੇ ਕਈ ਲੋਕ ਮਿਲ ਜਾਣਗੇ, ਪਰ ਕੀ ਸਾਰੇ ਸਾਡੇ ਵਰਗੇ ਨੇ? ਨਹੀਂ, ਸਭ ਦੇ ਲੈਵਲ ਅਲੱਗ-ਅਲੱਗ ਹੋਣਗੇ। ਪਰ ਸਾਨੂੰ, ਅਸੀਂ ਇਸ ਖੁਸ਼ਕਿਸਮਤ ਹਾਂ ਕਿ ਸਾਡੇ ਭਾਗ ਜਾਗੇ ਗੁਰੂ ਮਿਲੇ। ਮਹਾਰਾਜ ਕਹਿਣ ਲੱਗੇ, ਗੁਰੂ ਮਿਲੇ, ਵੱਡ ਭਾਗੇ ਗੁਰੂ ਦਰਸ਼ਨ ਪਾਇਆ। ਵੱਡੇ ਭਾਗਾਂ ਦੇ ਸਦਕੇ ਗੁਰੂ ਸਾਹਿਬ ਦੇ ਦਰਸ਼ਨ ਹੋਏ। ਤੇ ਪੁੱਛਿਆ ਕੀ ਮਿਲਿਆ ਜੇ? ਕਹਿਣ ਲੱਗੇ ਜੇ ਮਿਲੇ ਦੀ ਤੇ ਵਿਆਖਿਆ ਹੀ ਨਹੀਂ ਕਰ ਪਾਵਾਂਗੇ, ਅਜੇ ਤੇ ਇਤਨਾ ਕਹਿ ਪਾਵਾਂਗੇ, ਧੰਨ ਧੰਨ ਸਤਿਗੁਰੂ ਹਮਾਰਾ। ਕੀ ਮਿਲਿਆ ਇਹ ਤੇ ਦੱਸ ਹੀ ਨਹੀਂ ਪਾਵਾਂਗਾ, ਕਿਉਂਕਿ ਜੋ ਮਿਲਿਆ ਨਾ ਉਹ ਵਿਆਖਿਆ ਵਿੱਚ ਨਹੀਂ ਆ ਪਾਏਗਾ। ਜਦੋਂ ਅਸੀਂ ਆਪਣੇ ਹਿਰਦੇ ਵੱਲ ਝਾਤ ਪਾ ਕੇ ਦੇਖਾਂਗੇ ਜੋ ਸਾਨੂੰ ਮਿਲੇ, ਕਿਉਂਕਿ ਅਸੀਂ ਜੋ ਮਿਲਿਆ ਹੁੰਦਾ ਹੈ ਨਾ, ਅਸੀਂ ਆਪਣੇ ਜੋ ਮਿਲੇ ਹੋਏ ਸਾਜੋ ਸਮਾਨ ਨੂੰ ਧਨ ਕਰਕੇ ਜੋੜਦੇ ਹਾਂ। ਦੇਖੋ ਜੀ, ਮੈਨੂੰ ਮਕਾਨ ਨਹੀਂ ਮਿਲਿਆ, ਮੇਰਾ ਵੱਡਾ ਘਰ ਨਹੀਂ, ਮੇਰੇ ਕੋਲ ਕਾਰ ਹੈ ਨਹੀਂ, ਮੇਰੇ ਕੋਲ ਆਹ, ਅਸੀਂ ਇਸ ਤਰ੍ਹਾਂ ਜੋੜ ਘਟਾਓ ਕਰਦੇ ਹਾਂ। ਪਰ ਚੇਤਨਾ ਜੋ ਸੁੱਖ, ਜੋ ਸ਼ਾਂਤੀ, ਜੋ ਆਨੰਦ, ਜੋ ਪ੍ਰੀਤ ਸਾਹਿਬ ਨੇ ਦਿੱਤੀ ਹੈ, ਆਪਣੇ ਦਰਬਾਰ ਦੀ ਹਾਜ਼ਰੀ ਭਰਨ ਦਾ ਜੋ ਵਕਤ ਦਿੱਤਾ ਹੈ, ਇਸ ਨੂੰ ਕਿਸ ਚੀਜ਼ ਨਾਲ ਤੋਲ ਕੇ ਦੇਖਾਂਗੇ? ਇਹ ਤੇ ਅਤੁੱਲ ਹੈ, ਤੇ ਅਮੁੱਲ ਹੈ। ਪੜ੍ਹਦੇ ਹੈ ਨਾ, ਇਹ ਅਮੁੱਲ ਵਪਾਰ ਹੀ ਹੈ, ਅਮੁੱਲ ਵਪਾਰ ਹੈ। ਪਰ ਦਿੱਤੇ ਸਾਨੂੰ ਅਮੁੱਲ ਵਪਾਰ, ਇਸ ਕਰਕੇ ਕਹਾਂਗੇ ਮੇਰੇ ਸਾਥੀ ਸਭ ਧਨ ਨੇ, ਜਿਨ੍ਹਾਂ ਨੇ ਸਾਡੇ ਵਰਗੇ ਛੋਟੇ ਛੋਟੇ ਜੀਆਂ ਨੂੰ ਇਹਨੇ ਵੱਡੀਆਂ ਦਾਤਾਂ ਦਿੱਤੀਆਂ। ਧੰਨ ਧੰਨ ਸਤਿਗੁਰੂ ਹਮਾਰਾ। ਫਿਰ ਕੀ ਕਰੀਏ? ਕਹਿਣ ਲੱਗੇ ਕੰਮ ਤੇ ਕਰ ਹੀ ਸਕਦੇ ਹੋ ਨਾ, ਆਓ ਕਰੀਏ। ਉਠਤ ਬੈਠਤ ਸਤਿਗੁਰ ਸੇਵਾਏ। ਭਈ ਇਹ ਤੇ ਕਰ ਹੀ ਸਕਦੇ ਹੋ ਨਾ, ਉੱਠਦੇ ਬਹਿੰਦੇ ਹਰ ਵਕਤ ਆਪਣੇ ਸਤਿਗੁਰੂ ਦੀ ਸੇਵਾ ਤੇ ਰੁੱਝੇ ਕੇ ਕਰ ਸਕਦੇ ਹੋ ਨਾ। ਇੱਕ ਬਚਨ ਹੈ ਨਾ, ਉਬੀ ਸੇਵ ਕਰੇ। ਅਸੀਂ ਪੜ੍ਹਦੇ ਨਾ, ਹਸਤੀ ਸਿਰ ਜੋ ਅੰਕੁਸ਼ ਹੈ, ਅਹਰਣ ਜਿਉ ਸਰਦੇ, ਮਨ ਤਨ ਆਗੇ ਰੱਖ ਕੇ ਉਬੀ ਸੇਵ ਕਰੇ। ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟੀ ਕਾਲੇ। ਜਿਹੜੇ ਇਸ ਤਰ੍ਹਾਂ ਉਬੀ ਦਾ ਮਤਲਬ ਹਰ ਵਕਤ ਸਾਵਧਾਨ, ਸੁਚੇਤ, ਉੱਭਰ ਕੇ, ਅੱਗੇ ਵੱਧ ਕੇ, ਹਰ ਵਕਤ ਮੋਹਰੇ ਹੋ ਕੇ ਜੋ ਸੇਵਾ ਕਰਦੇ ਨੇ, ਮਹਾਰਾਜ ਫਿਰ ਸ੍ਰਿਸ਼ਟੀ ਦਾ ਰਾਜ ਬਖਸ਼ਦੇ ਨੇ। ਅੱਜ ਕਹਿਣ ਲੱਗੇ, ਉਠਤ ਬੈਠਤ ਸਤਿਗੁਰ ਸੇਵ ਹੈ। ਉੱਠਦਿਆਂ ਬਹਿੰਦਿਆਂ ਸਤਿਗੁਰ ਦੀ ਸੇਵਾ ਕਰੀਏ। ਤੇ ਸਵਾਲ ਪੈਦਾ ਹੁੰਦਾ, ਉੱਠਦਿਆਂ ਬਹਿੰਦਿਆਂ ਸੇਵਾ ਕਿੱਦਾਂ ਕਰਾਂਗੇ? ਉੱਠਦਿਆਂ ਬਹਿੰਦੇ ਤੇ ਮਸਾਂ ਆਪਣਾ ਸੰਭਾਲਿਆ ਜਾਂਦਾ ਆਪਾ ਆਪ। ਜ਼ਰੂਰੀ ਤੇ ਨਹੀਂ ਕਿ ਅਸੀਂ ਉੱਠਦੇ ਬਹਿੰਦਿਆਂ ਬਹੁਤ ਸੁਚੇਤ ਚੇਤਨ ਨਹੀਂ। ਅਸੀਂ ਉੱਠਦੇ ਬਹਿੰਦੇ ਆਪਾ ਸਰੀਰਕ ਤੌਰ 'ਤੇ ਸਾਂਭਣਾ ਹੈ ਨਾ, ਕਿਉਂਕਿ ਲੋਕ ਕਹਿੰਦੇ ਨੇ ਸੇਵਾ ਕਰਨ ਵਾਸਤੇ 3 ਪੱਧਰ ਨੇ, ਤਨ ਕਰਕੇ, ਮਨ ਕਰਕੇ ਤੇ ਧਨ ਕਰਕੇ। ਤੇ ਭਾਈ ਜੇ ਤਨ ਕਰਕੇ ਸਰੀਰ ਕਮਜ਼ੋਰ ਹੈ, ਨਾ ਕਰ ਪਾਏ ਤੇ ਕੀ ਕਰੇ? ਫਿਰ ਕਹਿੰਦੇ ਨੇ ਧਨ ਕਰਕੇ ਕਰ ਦਿਓ ਭਾਈ। ਤੇ ਜੇ ਧਨ ਵੀ ਸਾਥ ਨਾ ਦਿੰਦਾ ਹੋਵੇ, ਪਾਕਟ ਵਿੱਚ ਇਤਨਾ ਪੈਸੇ ਨਾ ਹੋਣ ਜੋ ਕਰ ਸਕੋ, ਚਾਹਤ ਹੋਵੇ ਕਿਸੇ ਦੀ ਮਦਦ ਕਰਨ ਦੀ, ਤੁਹਾਡੇ ਹੱਥ ਬੱਝੇ ਹੋਣ, ਨਹੀਂ ਕਰ ਪਾ ਰਹੇ, ਤਨ ਕਰਕੇ ਨਹੀਂ ਕਰ ਪਾ ਰਹੇ, ਧਨ ਕਰਕੇ ਨਹੀਂ ਪਾ ਰਹੇ, ਤੇ ਮਨ ਕਰਕੇ ਕਰ ਲਓ। ਮਨ ਕਰਕੇ ਸੇਵਾ ਕਿਵੇਂ ਕਰਾਂਗੇ? ਤੇ ਸਿਆਣੇ ਮੱਤ ਦਿੱਤੀ ਹੈ ਨਾ ਕਿ ਚਲੋ ਕਿਸ ਨੂੰ ਸਹੀ ਮਾਰਗ ਦੱਸ ਦਿਓ, ਕਿਸ ਨੂੰ ਕੋਈ ਬਾਣੀ ਪੜ੍ਹ ਕੇ ਸੁਣਾ ਦਿਓ, ਕਿਸੇ ਨੂੰ ਕੋਈ ਸਿੱਧਾ ਰਾਹ ਦੱਸ ਦਿਓ, ਜਿੱਥੇ ਮਨ ਦੀ ਗੱਲ ਚੱਲਦੀ ਉੱਥੇ ਸਹੀ ਮੱਤ ਉਪਦੇਸ਼ ਦੇ ਦਿਓ। ਬਚਨ ਹੈ ਨਾ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ। ਇਹ ਤਨ ਕਰਕੇ ਥੋੜ੍ਹਾ ਹੈ, ਇਹ ਤੇ ਮਨ ਕਰਕੇ ਹੈ। ਵੀ ਇੱਥੇ ਬਹਿ ਕੇ ਵਾਹਿਗੁਰੂ ਨਾਮ ਸੁਣ, ਪੜ੍ਹ, ਜਪ, ਤੇ ਬਾਅਦ ਵਿੱਚ ਕਿਸੇ ਪਿਆਰੇ ਨੂੰ ਕਹਿ ਦੇ ਭਾਈ ਤੂੰ ਵੀ ਵਾਹਿਗੁਰੂ ਕਰਿਆ ਕਰ, ਤੂੰ ਵਾਹਿਗੁਰੂ ਜਪਿਆ ਕਰ, ਸਤਸੰਗਤ ਕਰਿਆ ਕਰ। ਤੇ ਫਿਰ ਉੱਠਦਿਆਂ ਕਿਵੇਂ ਕਰੋਗੇ? ਚੇਤਨਾ ਉੱਠਦਿਆਂ ਹਾਏ ਕਰਕੇ ਵੀ ਤਾਂ ਲੋਕ ਉੱਠਦੇ ਨਾ, ਲੋਕ ਸੰਸਾਰ ਦਾ ਕੋਈ ਹੋਰ ਬੋਲ ਤੇ ਵੀ ਉੱਠਦੇ ਨਾ। ਤੇ ਜਦੋਂ ਤਨ 'ਚ ਕੋਈ ਪੀੜਾ ਹੁੰਦੀ ਤੇ ਕੀ ਕਹਿੰਦੇ? ਸਰਕ ਸ਼ਬਦ ਕਰਾਹਣਾ, ਹੂੰਗਣਾ। ਆ ਪੁਰਾਣੇ ਪੰਜਾਬੀ 'ਚ ਕਹਿੰਦੇ ਬੁਖਾਰ ਜਿਹੜਾ ਤੇ ਹੂੰਗਦੇ ਨੇ ਲੋਕ, ਕਰਾਹੰਦੇ ਨੇ। ਤੇ ਭਾਈ ਆਖਰ ਕੰਠ 'ਚੋਂ ਕੋਈ ਸ਼ਬਦ ਪੈਦਾ ਹੋ ਰਿਹਾ ਨਾ, ਕਰਾਹ, ਹੂੰਗਣਾ ਕੀ ਹੈ? ਕੋਈ ਬੋਲ ਤੇ ਨਿਕਲਦਾ ਨਾ, ਆਵਾਜ਼ ਤੇ ਨਿਕਲ ਰਹੀ ਹੈ ਨਾ। ਫਿਰ ਉਸ ਬੋਲ ਨੂੰ, ਉਸ ਆਵਾਜ਼ ਨੂੰ ਤੂੰ ਗੁਰੂ ਦੇ ਨਾਲ ਕਿਉਂ ਨਹੀਂ ਜੋੜ ਦਿੰਦਾ? ਦੁੱਖ ਦੇ ਨਾਲ ਕਿਉਂ ਜੋੜ ਰਹੇ ਹੈ? ਹਾਏ ਕਰਦੇ ਹੋ ਤੇ ਦੁੱਖ ਵੱਧਦਾ ਜੇ। ਚੇਤਾ ਰੱਖਣਾ, ਜਿਤਨਾ ਹਾਏ ਹਾਏ ਕਰਾਂਗੇ ਉਤਨਾ ਦੁੱਖ ਵਧੇਗਾ। ਤੇ ਫਿਰ ਕੀ ਕਰੀਏ? ਕਹਿੰਦੇ ਉੱਠਣ ਲੱਗੇ ਵਾਹਿਗੁਰੂ ਕਹਿ ਕੇ ਕਿਉਂ ਨਹੀਂ ਉੱਠਦੇ? ਜ਼ਰੂਰਤ ਇਹ ਹੈ ਨਾ, ਇਹ ਮਨੋਵਿਗਿਆਨ ਮੰਨਦਾ ਹੈ
ਕਿ ਜਦੋਂ ਸਰੀਰ ਸਾਥ ਨਾ ਦੇ ਰਿਹਾ ਤੇ ਵਿਅਕਤੀ ਬੋਲਦਾ ਹੈ ਤੇ ਬੋਲਦੇ ਨਾਲ ਉਹਦੇ ਮਨ 'ਚ ਊਰਜਾ ਪੈਦਾ ਹੁੰਦੀ ਹੈ, ਉਹ ਆਪਣੇ ਸਰੀਰ ਨੂੰ ਉਸ ਊਰਜਾ ਦੇ ਨਾਲ ਉਠਾਉਂਦਾ ਹੈ। ਇਹ ਮਨੋਵਿਗਿਆਨਕ ਪੱਖ ਹੈ ਕਿ ਜਦੋਂ ਵਿਅਕਤੀ ਕਿਸੇ ਖਾਸ ਪੁਆਇੰਟ 'ਤੇ ਪਹੁੰਚਦਾ ਹੈ, ਉਹ ਸਰੀਰਕ ਬਲ ਕੰਮ ਨਹੀਂ ਕਰ ਰਿਹਾ ਹੁੰਦਾ ਤੇ ਉਹ ਕੋਈ ਧੁਨ ਪੈਦਾ ਕਰਦਾ ਹੈ। ਉਸ ਧੁਨ ਦੇ ਨਾਲ ਉਹਦੇ ਮਨ ਵਿੱਚ ਬਲ ਪੈਦਾ ਹੁੰਦਾ ਹੈ ਤੇ ਉਸ ਬਲ ਦੇ ਨਾਲ ਫਿਰ ਆਪਣੇ ਸਰੀਰ ਨੂੰ ਜੰਪ ਲੈ ਕੇ ਅਗਾਂਹ ਉਠਾਉਂਦਾ। ਇਸੇ ਕਰਕੇ ਬਹੁਤਾ ਵੱਡਾ ਭਾਰ ਚੁੱਕਦਿਆਂ, ਹੁਣ ਤੇ ਮਸ਼ੀਨਾਂ ਨਾਲ ਚੁੱਕਦੇ ਨੇ, ਜਦੋਂ ਵੱਡੇ ਵੱਡੇ ਭਾਰ 5-5 10-10 ਬੰਦੇ ਇਕੱਠੇ ਚੁੱਕਣਾ ਤੇ ਇੱਕ ਬੋਲ ਵੱਡੇ ਮੁਖੀ ਨੇ ਬੋਲਣਾ, ਉਸ ਬੋਲ ਦੇ ਸਦਕੇ ਵੱਡੇ ਵੱਡੇ ਭਾਰ ਲੋਕਾਂ ਨੇ ਖਿੱਚ ਲੈਣੇ, ਚੁੱਕ ਲੈਣੇ, ਇੱਕ ਧੁਨ ਪੈਦਾ ਕਰਨੀ। ਇੱਕ ਬੋਝ ਜਿੱਥੇ ਲੇਬਰਾਂ ਕੰਮ ਕਰਦੀਆਂ, ਉਹਨਾਂ ਦੇ ਇੱਕ ਵੱਖਰੇ ਬੋਲ ਹੁੰਦੇ ਸਨ, ਉਹਨਾਂ ਦੇ ਵੱਖਰੇ ਹੁੰਗਾਰੇ ਹੁੰਦੇ ਸਨ। ਉਸੇ ਬੋਲ ਦੇ ਜ਼ੋਰ ਦੇ ਨਾਲ ਹੀ ਵੱਡੇ ਵੱਡੇ ਬੋਝ ਚੁੱਕ ਕੇ ਉਤਾਂ ਲੈ ਜਾਂਦੇ। ਦਾ ਭਾਵ ਮਨੋਵਿਗਿਆਨਿਕ ਹੈ, ਉਹ ਜੋ ਬੋਲ ਹੈ ਨਾ, ਉਸ ਬੋਲ ਦੇ ਵਿੱਚ ਇੱਕ ਮਨ ਨੂੰ ਬਲ ਮਿਲਦਾ, ਊਰਜਾ ਮਿਲਦੀ ਹੈ। ਅਤੇ ਸਿਆਣੇ ਕਹਿੰਦੇ ਜੇ ਬੋਲ ਵਿੱਚ ਊਰਜਾ ਹੈ, ਅਜੇ ਉਹ ਬੋਲ ਦੁਨਿਆਵੀ ਹੈ। ਬਸ ਇਤਨਾ ਹੁੰਦਾ ਕਿ ਉਸ ਬੋਲ ਵਿੱਚ ਨਫ਼ਰਤ ਨਹੀਂ ਹੁੰਦੀ, ਉਸ ਬੋਲ 'ਚ ਕਿਸੇ ਦੂਸਰੇ ਮਨੁੱਖ ਜਾਤ ਦੇਸ਼ ਵੈਸੇ ਨਹੀਂ ਹੁੰਦਾ, ਕੇਵਲ ਮਨ ਨੂੰ ਸੰਬੋਧਨ ਹੁੰਦਾ ਹੈ। ਅਤੇ ਫਿਰ ਤੂੰ ਮਨ ਤੋਂ ਅੱਗੇ ਚੱਲਣਾ, ਤੂੰ ਸਿੱਧਾ ਬੋਲ, ਗੁਰੂ ਦਾ ਬੋਲ, ਤੇਰੇ ਬੋਲ 'ਚ ਤਾਕਤ ਵਧੇਗੀ, ਕਿਉਂਕਿ ਗੁਰੂ ਕੇ ਬੋਲ 'ਚ ਬਹੁਤ ਤਾਕਤ ਜੇ। ਜਿਵੇਂ ਆਪਾਂ ਕਦੇ ਕਦੇ ਵੇਖਦੇ ਹੁੰਦੇ ਨਾ ਕਿ ਅਦਾਲਤ ਦੇ ਸਾਹਮਣੇ ਖੜੇ ਅਰਦਲੀ ਦੇ ਬੋਲ 'ਚ ਤਾਕਤ ਹੈ। ਵੱਡੇ ਵੱਡੇ ਚੌਧਰੀ ਸਰਦਾਰ ਲੋਕ ਝੁਕਦੇ ਨੇ ਉਹਦੇ ਅੱਗੇ, ਅਤੇ ਕੀ ਉਸ ਅਰਦਲੀ ਅੱਗੇ ਝੁਕਦੇ? ਨਹੀਂ। ਅਰਦਲੀ ਦੇ ਬੋਲਾਂ ਦੇ ਪਿੱਛੇ ਜੋ ਪਾਵਰ ਜੱਜ ਦੀ ਵਰਤ ਰਹੀ, ਉਹਦੇ ਅੱਗੇ ਝੁਕਦੇ ਨੇ। ਇਸੇ ਤਰ੍ਹਾਂ ਜਦੋਂ ਅਸੀਂ ਬੋਲਾਂਗੇ ਵਾਹਿਗੁਰੂ, ਅਤੇ ਇਹਦੇ ਪਿੱਛੇ ਤਾਕਤ ਕਿਹੜੀ? ਇੱਕ ਤਾਂ ਮਨ ਨੂੰ ਬੋਲ ਮਿਲਦਾ ਧੁਨ ਕਰਕੇ, ਅਤੇ ਵਾਹਿਗੁਰੂ ਕਹਿਣ ਦੇ ਨਾਲ ਗੁਰੂ ਕਲਾ ਤੁਰ ਪੈਂਦੀ ਹੈ, ਨਾਮ ਕਲਾ ਉਤੇਜਿਤ ਹੋ ਜਾਂਦੀ ਹੈ। ਇਸੇ ਕਰਕੇ ਕਹਿੰਦੇ ਨੇ ਵਾਹਿਗੁਰੂ ਬੋਲ ਸਾਡੇ ਅੰਦਰ ਦੀਆਂ ਭਾਵਨਾਵਾਂ ਨੂੰ ਕੇਂਦਰਿਤ ਕਰਦਾ ਹੈ। ਇਸੇ ਕਰਕੇ ਸਾਡੇ ਵਡੇਰਿਆਂ ਨੇ ਇੱਕ ਸਾਨੂੰ ਨਿਯਮ ਦਿੱਤਾ ਹੈ, ਅਰਦਾਸ ਕਰਦਿਆਂ ਕਰਦਿਆਂ ਅਰਦਾਸੀਆ ਇੱਕ ਪੈਰਾਗ੍ਰਾਫ ਦੀਆਂ ਤੁਕਾਂ ਬੋਲਦਾ ਹੈ, ਉਹ ਇਕੱਲਾ ਬੋਲਦਾ ਹੈ, ਪਰ ਸਾਰਾ ਪੈਰਾਗ੍ਰਾਫ ਕੰਪਲੀਟ ਕਰਕੇ ਸਾਨੂੰ ਕੀ ਕਹਿੰਦਾ? ਖਾਲਸਾ ਜੀ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਅਸੀਂ ਸਮੂਹ ਜਿਤਨੇ ਜੀ 10 20 50 100 200 1000 ਲੱਖ ਉਹਦੇ ਪਿੱਛੇ ਸੰਗਤ ਖੜੀ ਹੋਵੇ, ਇੱਕ ਬੋਲ ਬੋਲਦੀ ਹੈ ਵਾਹਿਗੁਰੂ, ਇੱਕ ਗੂੰਜ ਪੈਦਾ ਹੁੰਦੀ ਹੈ। ਯਾਦ ਰੱਖਣਾ, ਉਹ ਗੂੰਜ ਸਾਨੂੰ ਉੱਚਾ ਉਠਾ ਦਿੰਦੀ ਹੈ, ਉਹ ਗੂੰਜ, ਉਹ ਧੁਨ ਪੈਦਾ ਹੁੰਦੀ ਹੈ, ਉਹ ਧੁਨ ਸਾਨੂੰ ਗੁਰੂ ਨਾਲ ਜੋੜ ਦਿੰਦੀ ਹੈ, ਕਿਉਂਕਿ ਅਸੀਂ ਸ਼ਬਦ ਗੁਰੂ ਦੇ ਨਾਲ ਧੁਨ ਕਰਕੇ ਜੁੜਨਾ ਹੈ, ਸਰੀਰ ਕਰਕੇ ਨਹੀਂ ਜੁੜ ਪਾਵਾਂਗੇ। ਸ਼ਬਦ ਵਾਹਿਗੁਰੂ ਹੈ, ਧੁਨ ਇੱਕ ਪੈਦਾ ਹੁੰਦੀ ਹੈ ਅਤੇ ਉਹਦੇ ਵਿੱਚ ਕਿਤੇ ਧਿਆਨ ਟਿਕ ਜਾਏ, ਜਿਹਨੂੰ ਕਿ ਧੁਨ ਮਹਿ ਧਿਆਨ। ਪਰ ਅਫਸੋਸ ਇਸ ਗੱਲ ਦਾ ਕਿ ਅਸੀਂ ਤਾਂ ਵਾਹਿਗੁਰੂ ਬੋਲਦੇ ਹੀ ਨਹੀਂ। ਅਸੀਂ ਤਾਂ ਵਾਹਿਗੁਰੂ ਵਾਸਤੇ ਉਸ ਵਕਤ ਅਸੀਂ ਕਿਤੇ ਹੋਰ ਹੁੰਦੇ ਹਾਂ, ਅਸੀਂ ਕਾਬਲ ਦੇ ਬਾਜ਼ਾਰ 'ਚ ਘੋੜੇ ਖਰੀਦ ਰਹੇ ਹੁੰਦੇ ਹਾਂ ਜਾਂ ਆਪਣੇ ਘਰ ਦੀਆਂ ਵਛੇਰੀਆਂ ਸਾਂਭ ਰਹੇ ਹੁੰਦੇ ਹਾਂ। ਗੁਰਦੇਵ ਕਿਰਪਾ ਕਰਨ, ਉਹ 5-7 ਮਿੰਟ ਅਰਦਾਸ 'ਤੇ ਹੁੰਦੇ ਨੇ। ਸਾਵਧਾਨ ਸੁਚੇਤ ਰਿਹਾ ਕਰੀ। ਇੱਕ ਬੇਨਤੀ ਕਰਦੇ ਹਾਂ, ਅਸਾਂ ਦਰਬਾਰ ਸਾਹਿਬ ਦੇਖਿਆ ਨਾ, ਅਰਦਾਸ ਦੇ ਦਰਮਿਆਨ, ਸ਼੍ਰੀ ਮੁਖਵਾਕ ਦੇ ਦਰਮਿਆਨ ਦਰਵਾਜ਼ੇ ਰੋਕ ਦਿੱਤੇ ਜਾਂਦੇ ਨੇ, ਕੋਈ ਮੱਥਾ ਤੱਕ ਨਹੀਂ ਟੇਕਦਾ। ਜਿੱਥੇ ਬੈਠੇ ਹੋ ਉੱਥੇ ਹੀ ਬਹਿ ਜਾਓ, ਜਿੱਥੇ ਖੜੇ ਹੋ ਉੱਥੇ ਹੀ ਬਹਿ ਕੇ ਮੁਖਵਾਕ ਸੁਣੋ। ਇਹ ਸਾਨੂੰ ਕਰਨਾ ਚਾਹੀਦਾ ਹੈ, ਇਹਨਾਂ ਚੀਜ਼ਾਂ ਨੂੰ ਸਾਨੂੰ ਸਮਝਣਾ ਚਾਹੀਦਾ ਹੈ। ਅਸੀਂ ਉਦੋਂ ਆਪਣੀ ਕਿਰਿਆਵਾਂ ਚਲੰਤ ਕਰ ਲੈਂਦੇ ਹਾਂ ਅਤੇ ਨਤੀਜਨ ਅਸੀਂ ਉਸ ਕਲਾ ਤੋਂ ਖੁੰਝ ਜਾਂਦੇ ਹਾਂ ਜੋ ਕਿਰਪਾ ਕਲਾ ਉਸ ਵਕਤ ਵਰਤ ਰਹੀ ਹੁੰਦੀ ਹੈ, ਜੋ ਪ੍ਰਸਾਦ ਉਸ ਵਕਤ ਸ਼ਬਦ ਦੀ ਧੁਨ ਕਰਕੇ ਪ੍ਰਗਟ ਹੋ ਰਿਹਾ ਹੁੰਦਾ ਹੈ। ਅਸੀਂ ਉਸ ਪ੍ਰਸਾਦ ਤੋਂ ਸੱਖਣੇ ਰਹਿ ਜਾਂਦੇ ਹਾਂ ਅਤੇ ਅਸੀਂ ਆਹ ਪ੍ਰਸਾਦ ਵੱਲ ਧਿਆਨ ਕਰੀ ਜਾਂਦੇ ਹਾਂ। ਉਦੋਂ ਤਾਂ ਇਹ ਪ੍ਰਸਾਦ ਵੀ ਨਹੀਂ ਵੰਡਦੇ, ਸਭ ਠਹਿਰ ਕੇ ਬੈਠ ਜਾਂਦੇ ਨੇ। ਸਿਰਫ ਚੌਰ ਬਰਦਾਰ ਖੜਾ ਹੁੰਦਾ ਹੈ, ਮਹਾਰਾਜ ਦਾ ਚੌਰ ਬਰਦਾਰ ਖਲੋਂਦਾ ਹੈ, ਬਾਕੀ ਸਾਰੀ ਸੰਗਤ ਜਿੱਥੇ ਹੈਗੀ ਹੈ ਉੱਥੇ ਹੀ ਬੈਠ ਜਾਂਦੀ ਹੈ। ਇਹ ਸਾਨੂੰ ਪਹਿਰੇ ਕਿਹਨ ਦੇਣੇ? ਅਸਾਂ ਤੁਸਾਂ ਦੇਣੇ ਨੇ। ਯਤਨ ਕਰਿਆ ਕਰੀ, ਜਿੱਥੇ ਵੀ ਆਏ ਹੋ, ਜਿੱਥੇ ਵੀ ਖੜੇ ਹੋ, ਖਾਸ ਕਰਕੇ ਦਰਬਾਰ ਦੀ ਦਹਲੀਜ਼ ਦੇ ਅੰਦਰ ਤੇ ਕਮ ਸੇ ਕਮ ਟਿਕ ਜਾਈਏ। ਬਾਹਰ ਸਿੰਘ ਪਾਰਕ ਤੇ ਹੋਰ ਗੈਲਰੀਆਂ ਦੀ ਗੱਲ ਜੇ ਨਾ ਕਰੀਏ, ਕਮ ਸੇ ਕਮ ਦਹਲੀਜ਼ ਦੇ ਦਰਬਾਰ ਦੇ ਅੰਦਰ ਤੇ ਜਿੱਥੇ ਆਏ ਹਾਂ ਉੱਥੇ ਬੈਠ ਜਾਈਏ। ਬੈਠ ਕੇ ਸ਼੍ਰੀ ਮੁਖਵਾਕ ਸਾਵਧਾਨੀ ਨਾਲ ਸੁਣ ਲਈਏ, ਕਿਉਂਕਿ ਉਹਦੇ ਵਿੱਚ ਕੁਝ ਵਰਤਦਾ ਹੁੰਦਾ ਹੈ, ਉਹਦੇ ਵਿੱਚ ਕੁਝ ਮਿਲਦਾ ਹੈ। ਮਹਾਰਾਜ ਕਹਿਣ ਲੱਗੇ, ਮੇਰੇ ਸਤਿਗੁਰੂ ਨੇ ਬੜੀ ਕਿਰਪਾ ਕੀਤੀ, ਮੇਰੇ ਸਤਿਗੁਰੂ ਨੇ ਮੈਨੂੰ ਜਪ ਦਿੱਤਾ ਹੈ। ਹੁਣ ਮੈਂ ਕੀ ਕਰਦਾ? ਉਠਤ ਬੈਠਤ ਸਤਿਗੁਰ ਸੇਵੈ। ਮੈਂ ਉੱਠਦਾ ਬਹਿੰਦਾ ਵਾਹਿਗੁਰੂ ਵਾਹਿਗੁਰੂ ਜਪਦਾ ਹਾਂ। ਵਾਹਿਗੁਰੂ ਜਪ ਵੀ ਸਿੱਧੀ ਸਤਿਗੁਰੂ ਦੀ ਸੇਵਾ ਹੈ।
ਕਰਤੇ ਦੀ ਸੇਵਾ। ਇੱਕ ਬੜਾ ਪਿਆਰਾ ਬਚਨ ਆਪਨੇ ਪੜ੍ਹਿਆ ਹੋਣਾ, ਸ਼ਾਇਦ ਆਪ ਨੂੰ ਯਾਦ ਹੋਵੇ, ਪਿੱਛੇ ਜਦੋਂ ਆਪ ਜੀ ਨੇ ਸ਼੍ਰੀ ਸੁਖਮਨੀ ਸਾਹਿਬ ਦੇ ਆਲੇ ਦੁਆਲੇ ਦੇ ਜਾਪ ਕੀਤੇ ਨਾ, ਉੱਥੇ ਕਿਹਾ ਹਰ ਕੀ ਟਹਿਲ ਕਮਾਵਣੀ। ਵਾਹਿਗੁਰੂ ਜੀ ਦੀ ਸੇਵਾ ਕਿੱਦਾਂ ਕਰੋਗੇ, ਟਹਿਲ ਸੇਵਾ ਕਿੱਦਾਂ ਕਰੋਗੇ? ਇੱਥੇ ਦਰਬਾਰ ਦੀ ਕਰਦੇ ਹੋ, ਸਾਰੇ ਲੰਗਰ ਦੀ ਕਰਦੇ ਹੋ, ਅਸੀਂ ਮੰਨਦੇ ਨੇ ਸਮਰਪਿਤ ਹੈ ਗੁਰੂ ਦੀ ਸੇਵਾ। ਪਰ ਜੇ ਕਿਤੇ ਚਿੱਤ ਆ ਜਾਏ ਕਿ ਅੱਜ ਵਾਹਿਗੁਰੂ ਸਿੱਧਾ ਤੇਰੇ ਸੰਬੰਧ ਵਿੱਚ ਹੀ ਆਉਣਾ ਚਾਹਨਾ, ਸਿੱਧੀ ਤੇਰੀ ਸੇਵਾ ਕਰਨ ਦਾ ਚਿੱਤ ਕਰਦਾ, ਤੇ ਕੀ ਕਰੋਗੇ? ਕਹਿਣ ਲੱਗੇ ਹਰ ਕੀ ਟਹਿਲ ਕਮਾਵਣੀ ਜਪੀਐ ਪ੍ਰਭ ਕਾ ਨਾਮ। ਮੰਨ ਲਓ ਕਿਸੇ ਦਾ ਸਰੀਰ ਕੰਮ ਨਹੀਂ ਕਰ ਰਿਹਾ, ਉਮਰ ਵਡੇਰੀ ਹੋ ਗਈ ਹੈ, ਪਾਕਟ ਵਿੱਚ ਇਤਨਾ ਪੈਸਾ ਨਹੀਂ ਕਿ ਕਿਸੇ ਨੂੰ ਦੇ ਦੇਵੇ, ਤੇ ਕੀ ਕਰੇ? ਜਿੱਥੇ ਬੈਠਾ ਹੈ, ਜਿੱਥੇ ਵਿਚਰਦਾ ਬਹਿ ਜੇ, ਆਪਣੇ ਵਾਹਿਗੁਰੂ ਦੇ ਧਿਆਨ ਵਿੱਚ ਟਿਕ ਲੈ, ਅੱਖਾਂ ਬੰਦ ਕਰ ਲੈ, ਤੇ ਬਸ ਧਿਆਨ ਟਿਕਾ ਲੈ ਬਾਬੇ ਗੋਂਦੇ ਵਾਂਗੂ। ਜਿਵੇਂ ਬਾਬਾ ਗੋਂਦਾ ਜੀ ਨੇ ਕਾਬੁਲ ਵਿੱਚ ਬੈਠੇ ਹੋਏ ਧਿਆਨ ਟਿਕਾ ਲਿਆ, ਤੇ ਜਪਦੇ ਤੇ ਵਾਹਿਗੁਰੂ ਵਾਹਿਗੁਰੂ ਹੋਣਗੇ ਨਾ, ਜਪਦੇ ਤੇ ਕੋਈ ਬਾਣੀ ਦੇ ਸ਼ਬਦ ਤੋਂ ਕੀ ਹੋਣਗੇ ਨਾ। ਪਰ ਟਹਿਲ ਮੁੱਠੇ ਕਿੱਥੇ ਪਕੜੇ ਹੋਏ ਨੇ? ਗੁਰੂ ਦੇ ਚਰਨ, ਜਪਦੇ ਨੇ ਵਾਹਿਗੁਰੂ, ਜਪਦੇ ਨੇ ਵਾਹਿਗੁਰੂ, ਧਿਆਨ ਟਿਕਿਆ ਗੁਰ ਚਰਨਾਂ 'ਚ। ਤੇ ਗੁਰਦੇਵ ਟਿਕੇ ਬੈਠੇ ਨੇ। ਸੇਵਾਦਾਰ ਕਹਿੰਦੇ ਮਹਾਰਾਜ ਉੱਠੀਏ, ਪ੍ਰਸ਼ਾਦਾ ਲੰਗਰ ਦਾ ਵਕਤ ਹੋ ਗਿਆ। ਕਹਿਣ ਲੱਗੇ ਗੋਂਦਾ ਚਰਨ ਛੱਡੇ ਤਾਂ ਉੱਠੀਏ। ਪੁੱਛਿਆ ਗੋਂਦਾ ਪਤਾ ਲੱਗਾ ਕਿੱਥੇ? ਉੱਥੇ ਕਾਬਲ ਦੀ ਧਰਮਸ਼ਾਲਾ 'ਚ ਹੈ। ਗੁਰਦੇਵ ਕਿਰਪਾ ਕਰਨ ਸਾਨੂੰ ਇਸ ਧਿਆਨ ਕਲਾ ਦੀ ਸਮਝ ਆ ਜਾਏ। ਸਰੀਰ ਨਹੀਂ ਸਮਰੱਥ ਕੰਮ ਕਰਦਾ, ਕੋਈ ਗੱਲ ਨਹੀਂ, ਪਾਕਟ ਸਮਰੱਥ ਨਹੀਂ ਕੰਮ ਕਰਦੀ, ਕੋਈ ਗੱਲ ਨਹੀਂ, ਮਨ ਤੇ ਸੁਚੇਤ ਹੈ ਨਾ। ਆਪਣੇ ਮਨ ਨੂੰ ਗੁਰਚਰਨਾਂ 'ਚ ਜਿੱਥੇ ਕਿਤੇ ਬੈਠੇ ਆ ਵਾਹਿਗੁਰੂ ਕਹਿ ਕੇ ਉੱਠ ਪਈਏ। ਬੈਠਣ ਦਾ ਵਕਤ ਮਿਲਿਆ, ਹਾਏ ਕਹਿ ਕੇ ਹਾਏ ਰੱਬਾ ਕਰਕੇ ਕਿਉਂ ਉੱਠਦੇ ਹੋ? ਵਾਹਿਗੁਰੂ ਤੇਰਾ ਸ਼ੁਕਰ ਹੈ, ਧੁਨੀ ਪੈਦਾ ਕਰਨੀ ਹੈ ਨਾ, ਬੋਲ ਵੀ ਤੇ ਬੋਲਣਾ ਹੈ ਨਾ ਮਨ ਕਰਕੇ, ਤੇ ਵਾਹਿਗੁਰੂ ਤੇਰਾ ਸ਼ੁਕਰ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ ਕਹਿ ਕੇ ਬਹਿ ਜਾਓ, ਵਾਹਿਗੁਰੂ ਤੇਰਾ ਸ਼ੁਕਰ ਕਰਕੇ ਉੱਠ ਜਾਓ। ਉਠਤ ਬੈਠਤ ਸੋਵਤ ਵਾਹਿਗੁਰੂ ਵਾਹਿਗੁਰੂ ਜਪਦੇ ਸੌਂ ਜਾਓ। ਫਿਰ ਜੇ ਜਪਦੇ ਜਪਦੇ ਸੌਂ ਗਏ ਤੇ ਸੁੱਤਿਆਂ ਵੀ ਕਲਾ ਚੱਲਦੀ ਰਹੇਗੀ। ਬਹੁਤ ਅਭਿਆਸੀਆਂ ਨੂੰ ਦੇਖਿਆ ਹੋਣਾ, ਸੁਪਨਿਆਂ ਦੇ ਵਿੱਚ ਵੀ ਪਾਠ ਕਰਦੇ ਨੇ। ਕਈ ਵਾਰ ਸ਼ਦਾਪ ਦਾ ਜਾਤੀ ਤਜਰਬਾ ਵੀ ਹੋਵੇ। ਜਿਸ ਦਿਨ ਪ੍ਰੇਮ ਦੇ ਵਿੱਚ ਆਪ ਜੀ ਬਾਣੀ ਦੇ ਦੌਰ 'ਚ ਸੌਂ ਜਾਂਦੇ ਹੋ, ਉੱਠਦੇ ਹੋ ਤੇ ਲੱਗਦਾ ਬਾਣੀ ਪੜ੍ਹਦੇ ਉੱਠੇ ਆ। ਗੁਰਦੇਵ ਕਿਰਪਾ ਕਰਨ ਐਸੀ ਅਵਸਥਾ ਬਣੇ ਕਿ ਸਾਡੀ ਅੱਖ ਖੁੱਲ੍ਹੇ ਤੇ ਲੱਗੇ ਹੁਣੇ ਜਪਜੀ ਦਾ ਪਾਠ ਕਰਦੇ ਹਟੇ ਹਾਂ, ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਸਾਂ, ਕੋਈ ਵਿਸ਼ੇਸ਼ ਹੋਰ ਸ਼ਬਦ ਬਾਣੀ ਤੁਕ ਪੜ੍ਹ ਰਹੇ ਸਾਂ। ਗੁਰਦੇਵ ਕਿਰਪਾ ਕਰਨ ਸਾਨੂੰ ਦਾਤਾਂ ਮਿਲਣ। ਸੁਪਨੇ ਹੂੰ ਬਰੜਾਏ ਕਹਿ ਜੇ ਮੁਖ ਨਿਕਸੇ ਰਾਮ ਵਾਲੀ ਗੱਲ ਬਣ ਜਾਏ। ਮਹਾਰਾਜ ਕਹਿਣ ਲੱਗੇ ਉਠਤ ਬੈਠਤ ਸਤਿਗੁਰ ਸੇਵੇ ਕੀ ਮਿਲਿਆ ਇੱਦਾਂ? ਅਗਰ ਇਹਨਾਂ ਕਰਦੇ ਹੋ ਤਾਂ ਕੀ ਮਿਲਦਾ? ਕਹਿਣ ਲੱਗੇ ਜਿਤ ਸੇਵੀਏ ਸ਼ਾਂਤੀ ਪਾਈ। ਉਹ ਜਿਸ ਦੀ ਸੇਵਾ ਦਿਸ ਕੇ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ। ਤੇ ਦੁਨੀਆ ਲੱਭਦੀ ਕੀ ਹੈ? ਸੁੱਖ ਸ਼ਾਂਤੀ ਤੇ ਲੱਭਦੀ ਹੈ, ਸ਼ਾਂਤੀ ਤੇ ਲੱਭਦੀ ਹੈ। ਸ਼ਾਂਤੀ ਹੋਏਗੀ ਤੇ ਸੁੱਖ ਮਿਲੇਗਾ ਨਾ, ਜੇ ਮਨ ਸ਼ਾਂਤੀ ਨਾ ਹੈ ਤੇ ਸੁੱਖ ਕਿੱਥੇ ਹੈ? ਇਸ ਕਰਕੇ ਕਹਿਣ ਲੱਗੇ ਉਠਤ ਬੈਠਤ ਸਤਿਗੁਰ ਸੇਵੈ ਜਿਤ ਸੇਵਿਆ ਸ਼ਾਂਤ ਪਾਈ। ਫਿਰ ਪ੍ਰੇਮ ਨਾਲ ਕਹਿਣ ਮੇਰਾ ਮਨ ਸਤਿਗੁਰ ਪ੍ਰੀਤ ਲਗਾਈ। ਉਹ ਭਾਈ ਮੇਰੇ ਮਨ ਵਿੱਚ ਮੇਰੇ ਸਤਿਗੁਰ ਨੇ ਇਹ ਪ੍ਰੀਤ ਦੀ ਤਾਰ ਪਾ ਦਿੱਤੀ ਹੈ। ਜਿਵੇਂ ਮੋਤੀਆਂ ਨੂੰ ਇੱਕ ਤਾਰ ਨਾਲ ਪਰੋ ਕੇ ਇੱਕ ਮਾਲਾ ਬਣਾ ਲਈ ਜਾਂਦੀ ਹੈ ਨਾ, ਇਵੇਂ ਮੇਰੇ ਸਾਹਿਬ ਨੇ ਮੇਰੇ ਮਨ ਵਿੱਚ ਇਹ ਪ੍ਰੀਤ ਦੀ ਤਾਰ ਨਾਲ ਮੈਨੂੰ ਪਰੋ ਲਿਆ। ਹੁਣ ਮਨ ਹੋਰ ਕਿਤੇ ਨਹੀਂ ਜਾਂਦਾ। ਅਬ ਮੇਰਾ ਮਨ ਕਤਹੂ ਨਾ ਜਾਇਆ ਥਾ, ਮਾਣਕ ਪਾਇਓ ਰੇ ਹਰ ਪਾਇਆ ਥਾ। ਗੁਰਦੇਵ ਕਿਰਪਾ ਕਰਨ ਅਸੀਂ ਕਿਤੇ ਸਵਸਥਾ ਨੂੰ ਮਾਣ ਸਕੀਏ, ਸ਼ੁਕਰਾਨਾ ਕਰ ਸਕੀਏ ਸੱਚੇ ਸਾਹਿਬ ਦਾ ਕਿ ਸਾਨੂੰ ਇਦਾਤ ਮਿਲੀਏ, ਸਾਨੂੰ ਸਮਾਂ ਮਿਲਿਆ ਕਿ ਅਸੀਂ ਇੱਥੇ ਜਪ ਕਰ ਸਕੀਏ। ਇਹ ਸਮਾਂ ਮਿਲਿਆ, ਭਾਗ ਮਿਲੇ ਨੇ। ਗੁਰੂ ਸਾਡੇ ਧਨੰਤਾ ਯੋਗ ਨੇ, ਜਿਨ੍ਹਾਂ ਸਾਨੂੰ ਕਿਰਪਾ ਕਰਕੇ ਆਪਣੇ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਸੁਭਾਗ ਬਖਸ਼ਿਸ਼ ਕੀਤਾ। ਇਤਨੇ ਕੁ ਬਚਨ ਪ੍ਰਵਾਨ ਕਰਨਾ, ਭੁੱਲ ਚੁੱਕ ਦੀ ਖਿਮਾ, ਆਸੀਸ ਅਤੇ ਪਿਆਰ ਦਿੰਦੇ ਫਤਿਹ ਬੁਲਾਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।